ਪਹਿਲਾਂ ਤਾਂ ਇੱਦਾਂ ਲੱਗ ਰਿਹਾ ਸੀਗਾ ਕਿ ਵਾਰ ਜਿਹੜੀ ਹੈ ਉਹ ਨਹੀਂ ਹੋਏਗੀ, ਬਟ ਇੱਕੋ ਦਮ ਹੀ ਜਿਹੜਾ ਕਿ ਰਸ਼ੀਆ ਨੇ ਉੱਥੇ ਅਟੈਕ ਕੀਤਾ। ਕੋਈ ਸੇਫ ਨਹੀਂ ਸੀਗਾ ਉਹ ਉਸ ਟਾਈਮ 'ਚ ਨਿਕਲਣਾ, ਸਭ ਆਪਣੇ ਰਿਸਕ 'ਤੇ ਆਪ ਨਿਕਲਦੇ ਸੀ। ਤਾਂ ਜੀ ਮੈਮ 5 ਵਜੇ ਤੋਂ ਬਾਅਦ ਜਿਹੜਾ ਨਾ ਕਰਫਿਊ ਲੱਗ ਜਾਂਦਾ ਸੀ। ਆਰਮੀ ਵਾਲੇ ਅਗਰ ਕਿਸੇ ਨੂੰ ਵੀ, ਕਿਸੇ ਫੋਰਨਰ ਨੂੰ ਜਾਂ ਕਿਸੇ ਉੱਥੇ ਦੇ ਸਿਟੀਜ਼ਨ ਨੂੰ ਰੋਡ ਦੇ ਉੱਤੇ ਪਾਏ ਜਾਂਦੇ ਆ ਤਾਂ ਉਹਨਾਂ ਨੂੰ ਸ਼ੂਟ ਐਟ ਸਾਈਡ ਦਾ ਵੀ ਆਰਡਰ ਸੀ। ਕਿੱਦਾਂ ਰਿਹਾ ਉਹ ਸਮਾਂ ਤੁਹਾਡੇ ਲਈ? बहुत मुश्किल ਸੀਗਾ, रो रो के दिन। ਸਿਚੁਏਸ਼ਨ ਹੈ ਜੀ ਸੀ, ਸਿਕਿਉਰਿਟੀ ਘੱਟ ਸੀ ਤੇ ਬੱਚੇ ਜ਼ਿਆਦਾ ਸੀ। ਫਿਰ ਉਹ ਬਾਰਡਰ ਤੇ ਜਿਹੜੀ ਹੈ ਉਸ ਟਾਈਮ ਧੱਕਾ ਮੁੱਕੀ ਬਹੁਤ ਹੋਈ ਹੈ ਐਂਜ਼ਾਈਟੀ ਕਾਰਨ, ਮਤਲਬ ਟੈਨਸ਼ਨ ਕਾਰਨ ਬੱਚਿਆਂ ਦੇ। ਇਸ ਕਰਕੇ ਫਿਰ ਫੋਰਸ ਨੂੰ ਜਿਹੜਾ ਸਟ੍ਰਿਕਟ ਐਕਸ਼ਨ ਲੈਣਾ ਪਿਆ ਕਿ ਡੈਕੋਰਮ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਲੈਣਾ ਪਿਆ। ਉਹਨਾਂ ਨੂੰ ਬੱਚਿਆਂ 'ਤੇ ਹਮਲਾ ਕਰਨਾ ਪਿਆ, ਮਤਲਬ ਮਾਰਨਾ ਪਿਆ, ਕੁੱਟਣਾ ਪਿਆ, ਤਾਂ ਕਿ ਉਹ ਸਿਚੁਏਸ਼ਨ ਨੂੰ ਉੱਥੇ ਮਾਹੌਲ ਨੂੰ ਕੰਟਰੋਲ ਕਰ ਸਕਣ। ਸਵੇਰੇ 28 ਤਰੀਕ ਨੂੰ ਉਹ ਟਵੀਟ ਜਿੱਦਾਂ ਹੀ ਪੜਿਆ, ਓਫੀਸ਼ੀਅਲ ਟਵੀਟ ਇੰਡੀਅਨ ਐਮਬੈਸੀ ਦਾ, ਇੰਡੀਅਨ ਗਵਰਨਮੈਂਟ ਦਾ, ਤਾਂ ਅਸੀਂ ਉੱਥੋਂ ਆਪਣਾ ਹੋਸਟਲ ਨੂੰ ਲੀਵ ਕੀਤਾ ਵਿਦ ਅ ਫਲੈਗ। 1 ਕਿਲੋਮੀਟਰ ਪੈਦਲ ਵਾਕ ਕਰਕੇ ਅਸੀਂ ਮੈਟਰੋ ਗਏ ਹਾਂ। ਮੈਟਰੋ 'ਚ ਵੀ ਪਹਿਲਾਂ 1 ਘੰਟਾ ਸਾਨੂੰ ਵੇਟ ਕਰਾਇਆ ਗਿਆ, ਫਿਰ ਮੈਟਰੋ ਆਈ। ਮੈਟਰੋ 'ਚ ਬਹਿ ਕੇ ਫਿਰ ਆਪਾਂ ਇੱਕ ਸਟੇਸ਼ਨ ਉਤਰੇ ਹਾਂ। ਉਸ ਸਟੇਸ਼ਨ ਤੋਂ ਉਤਰ ਕੇ ਸਾਨੂੰ 3.5 ਕਿਲੋਮੀਟਰ ਪੈਦਲ ਬੋਕਜ਼ਾਲ, ਜਿਹੜਾ ਕਿ ਕੀਵ ਦਾ ਰੇਲਵੇ ਸਟੇਸ਼ਨ ਹੈ, ਉੱਥੇ ਜਾਣਾ ਪਿਆ। ਜਦ ਮੈਮ ਅਸੀਂ ਪੋਲੈਂਡ ਦਾ ਬਾਰਡਰ ਕ੍ਰੋਸ ਕੀਤਾ, ਫਿਰ ਜਿੱਦਾਂ ਹੀ ਅਸੀਂ ਹੋਟਲ 'ਚ ਗਏ ਹਾਂ ਫਿਰ ਸਾਨੂੰ ਪ੍ਰੋਪਰ ਖਾਣਾ ਮਿਲਿਆ। ਵਰਨਾ ਸਾਡੇ ਕੋਲ 28 ਤਰੀਕ ਨੂੰ ਵੀ ਸਿਰਫ ਸਨੈਕ ਸੀਗੇ, ਜਿੱਦਾਂ ਕਿ ਲੇਜ਼ ਖਾ ਕੇ ਅਸੀਂ, ਲੇਜ਼ ਅਤੇ ਚੋਕਲੇਟ ਖਾ ਕੇ ਅਸੀਂ ਉਸ ਦਿਨ ਗੁਜ਼ਾਰਾ ਕੀਤਾ। ਬਹੁਤ ਮੁਸ਼ਕਿਲ ਹਾਲਾਤ ਸੀ ਔਰ ਬੜੀ ਟੈਨਸ਼ਨ ਵਾਲੀ ਪੋਜੀਸ਼ਨ ਸੀ। ਪਰਮਾਤਮਾ ਐਸੀ ਟੈਨਸ਼ਨ ਵਾਲੀ ਪੋਜੀਸ਼ਨ 'ਚ ਕਿਸੇ ਵੀ ਸੱਤ ਬਗਾਨੇ ਦੁਸ਼ਮਣ ਨੂੰ ਵੀ ਨਾ ਪਾਵੇ। ਸਭ ਤੋਂ ਬੜੀ ਜਿਹੜੀ ਗੱਲ ਹੋਈ ਹੈ ਕਿ ਤਿਰੰਗੇ ਦੀ ਜਿਹੜੀ ਤਾਕਤ ਹੈ, ਸ਼ਾਇਦ ਵਿਸ਼ਵ ਨੂੰ ਉਹਦਾ ਅੱਜ ਅਹਿਸਾਸ ਹੋਇਆ। ਪਾਕਿਸਤਾਨ ਜਿਹੜਾ ਸਾਡਾ ਪੜੋਸੀ ਮੁਲਕ, ਉਹਦੇ ਬੱਚਿਆਂ ਨੇ ਵੀ ਅਗਰ ਨਿਕਲਣਾ ਤਾਂ ਤਿਰੰਗਾ ਕੰਧੇ 'ਤੇ ਰੱਖ ਕਰਕੇ ਤਾਂ ਉਹ ਨਿਕਲ ਰਹੇ, ਔਰ ਫੌਜਾਂ ਉਹਨਾਂ ਨੂੰ ਸੇਫ ਪੈਸੇਜ ਦੇ ਰਹੀਆਂ। ਔਰ ਬੱਸਾਂ ਦੇ ਵਿੱਚ ਜਿਹੜੇ ਦੂਸਰੇ ਮੁਲਕਾਂ ਦੀਆਂ ਬੱਸਾਂ, ਉਹਨਾਂ ਨੇ ਵੀ ਆਪਣੇ ਬੱਸਾਂ ਦੇ ਮੂਹਰੇ ਤਿਰੰਗਾ ਝੰਡਾ ਲਾਤਾ, ਤਾਂ ਕਿ ਤਿਰੰਗੇ ਕਰਕੇ ਹੀ ਅੱਜ ਉੱਥੋਂ ਸੇਫ ਪੈਸੇਜ ਮਿਲ ਰਿਹਾ ਹੈ। ਸਤਿ ਸ਼੍ਰੀ ਅਕਾਲ ਜੀ, ਲੁਧਿਆਣਾ ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਆਰਸੂ। ਜਿਵੇਂ ਕਿ ਸਭ ਜਾਣਦੇ ਨੇ, ਰੂਸ ਅਤੇ ਯੂਕਰੇਨ ਦੇ ਵਿਚਾਲੇ ਜੰਗ ਲਗਾਤਾਰ ਜਾਰੀ ਹੈ। ਮਾਹੌਲ ਇਸ ਵੇਲੇ ਬੇਹੱਦ ਤਣਾਅਪੂਰਨ ਹੈ ਜਿਹੜਾ ਬਣਿਆ ਹੋਇਆ ਹੈ। ਲਗਾਤਾਰ ਨੇ ਜਿਹੜੇ ਯੂਕਰੇਨ ਦੇ ਵਿੱਚ ਹਮਲੇ ਹੋ ਰਹੇ ਨੇ ਤੇ ਭਾਰਤੀ ਵਿਦਿਆਰਥੀ ਜੋ ਇਸ ਵੇਲੇ ਯੂਕਰੇਨ ਦੇ ਵਿੱਚ ਫਸੇ ਹੋਏ ਨੇ, ਬਹੁਤ ਸਾਰੀਆਂ ਦਿੱਕਤਾਂ ਦਾ ਜੋ ਸਾਹਮਣਾ ਕਰ ਰਹੇ ਨੇ। ਪਰ ਉੱਥੇ ਹੀ ਜਿਹੜਾ ਇਹ ਇੰਡੀਅਨ ਗਵਰਨਮੈਂਟ ਦੀ ਬਦੌਲਤ ਹੈ, ਜੋ ਭਾਰਤੀ ਵਿਦਿਆਰਥੀ ਨੇ ਜੋ ਵਾਪਸ ਆਪਣੇ ਘਰ ਵੀ ਪਰਤ ਰਹੇ ਨੇ। ਉਹਨਾਂ ਵਿੱਚੋਂ ਇੱਕ ਵਿਦਿਆਰਥੀ ਜੋ ਸਾਡੇ ਨਾਲ ਮੌਜੂਦ ਹੈ, ਸ਼ੁਭਮ ਸ਼ਰਮਾ, ਜੋ ਕਿ ਲੁਧਿਆਣਾ ਦਾ ਵਸਨੀਕ ਹੈ, ਲੁਧਿਆਣਾ ਦਾ ਰਹਿਣ ਵਾਲਾ ਹੈ, ਜੋ ਯੂਕਰੇਨ ਤੋਂ ਵਾਪਸ ਆਪਣੇ ਘਰ ਪਰਤਿਆ ਹੈ, ਜੋ ਅੱਜ ਆਪਣੀ ਫੈਮਿਲੀ ਦੇ ਵਿੱਚ ਬੈਠਾ ਹੈ। ਉਹਨਾਂ ਨਾਲ ਖਾਸ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਸ਼ੁਭਮ, ਪਹਿਲਾਂ ਤਾਂ ਲੁਧਿਆਣਾ ਲਾਈਵ ਤੇ। ਥੈਂਕ ਯੂ ਮੈਮ। ਘਰ ਪਹੁੰਚੇ ਹੋ, ਫੈਮਿਲੀ ਦੇ ਵਿੱਚ ਅੱਜ ਬੈਠੇ ਹੋ, ਤੇ ਕਿੱਦਾਂ ਦਾ ਮਹਿਸੂਸ ਹੋ ਰਿਹਾ? ਬਹੁਤ ਅੱਛਾ ਲੱਗ ਰਿਹਾ, ਸੇਫ ਮਹਿਸੂਸ ਕਰ ਰਿਹਾ ਮੈਂ ਬਹੁਤ। ਸ਼ੁਭਮ, ਅਗਰ ਗੱਲ ਕਰੀਏ, ਜਦੋਂ ਪਤਾ ਲੱਗਿਆ ਕਿ ਰੂਸ ਅਤੇ ਯੂਕਰੇਨ ਦੇ ਵਿਚਾਲੇ ਹੁਣ ਹੈ ਜਿਹੜੀ ਹਾਲਾਤ ਵਿਗੜ ਗਏ ਨੇ, ਹੈ ਨਾ, ਤੇ ਜਦੋਂ ਤੁਹਾਡੇ ਤੱਕ ਇਹ ਗੱਲ ਪਹੁੰਚੀ ਸੀ, ਸਟੂਡੈਂਟਸ ਤੱਕ, ਵਿਦਿਆਰਥੀ ਜੋ ਉੱਥੇ ਆਪਣਾ ਕਰੀਅਰ ਬਣਾਉਣ ਗਏ ਹੋਏ ਸੀ, ਹੈ ਨਾ, ਜਦੋਂ ਉਹਨਾਂ ਤੱਕ ਇਹ ਗੱਲ ਪਹੁੰਚੀ ਤਾਂ ਉਸ ਵੇਲੇ ਕੀ ਹਾਲਾਤ ਸੀਗੇ? ਤੁਹਾਨੂੰ ਮਨਾਂ ਦੇ ਵਿੱਚ ਉਸ ਵੇਲੇ ਕੀ ਆ ਰਿਹਾ ਸੀਗਾ ਸਭ ਤੋਂ ਪਹਿਲਾਂ? ਦੇਖੋ ਜੀ, ਪਹਿਲਾਂ ਤਾਂ ਇੱਦਾਂ ਲੱਗ ਰਿਹਾ ਸੀਗਾ ਕਿ ਵਾਰ ਜਿਹੜੀ ਹੈ ਉਹ ਨਹੀਂ ਹੋਏਗੀ, ਬਟ ਇੱਕੋ ਦਮ ਹੀ ਜਿਹੜਾ ਕਿ ਰਸ਼ੀਆ ਨੇ ਉੱਥੇ ਅਟੈਕ ਕੀਤਾ, ਠੀਕ ਹੈ। ਅਤੇ ਫਿਰ ਉਹ ਬਹੁਤ ਮਤਲਬ ਇੱਕ ਤਰ੍ਹਾਂ ਦਾ ਡਰ ਵਾਲਾ ਮਾਹੌਲ ਸੀ, ਕਿਉਂਕਿ ਜਿਹੜੇ ਕਿ ਐਕਸਪਲੋਜ਼ਨ ਜਿਹੜੇ ਆ ਬੱਚਿਆਂ ਨੂੰ ਉੱਥੇ ਸੁਣਾਈ ਦਿੱਤੇ ਗਏ ਆ, ਇਸ ਲਈ ਉੱਥੇ ਬਹੁਤ ਡਰ ਦਾ ਮਾਹੌਲ ਇੱਕੋ ਦਮ ਜਿੱਦਾਂ ਪੈਦਾ ਹੋ ਜਾਂਦਾ ਉੱਦਾਂ ਪੈਦਾ ਹੋ ਗਿਆ ਸੀ। ਅਤੇ ਸਾਨੂੰ ਫਿਰ ਜਲਦੀ ਤੋਂ ਜਲਦੀ ਬੰਕਰਾਂ ਦੇ ਵਿੱਚ ਕਹਿ ਦਿੱਤਾ ਗਿਆ ਸੀਗਾ ਕਿ ਤੁਸੀਂ ਹੁਣ ਜਿੰਨੀ ਦੇਰ ਸਿਚੁਏਸ਼ਨ ਨਹੀਂ ਸਹੀ ਹੁੰਦੀ, ਤੁਸੀਂ ਬੰਕਰਸ ਦੇ ਵਿੱਚ ਰਹਿਣਾ। ਬੰਕਰਸ ਕਿੱਦਾਂ? ਲਾਈਕ ਜਿਵੇਂ ਉੱਪਰ ਹੋਸਟਲ ਹੁੰਦਾ ਸੀ, ਨੀਚੇ ਬੰਕਰ? ਹਾਂਜੀ। ਜੇ ਗੱਲ ਕਰੀਏ ਇੱਕ ਬੰਕਰ ਦੇ ਵਿੱਚ ਕਿੰਨੇ ਕੁ ਸਟੂਡੈਂਟਸ ਹੁੰਦੇ ਸੀ? ਮੈਮ ਬੰਕਰ ਦੀ ਕਪੈਸਿਟੀ ਸੀਗੀ ਨੀਅਰ ਅਬਾਊਟ 200 to 250 ਸਟੂਡੈਂਟਸ ਦੀ। ਹਾਂਜੀ। ਔਰ ਕਿੰਨੇ ਕੁ ਹੁੰਦੇ ਸੀ ਫਿਰ ਵੀ ਸਟੂਡੈਂਟਸ? ਸਟਾਰਟਿੰਗ 'ਚ ਤਾਂ ਮੈਮ ਦੇਖੋ ਅਦਰ ਕੰਟਰੀਜ਼ ਦੇ ਵੀ ਜਿਹੜੇ ਸਟੂਡੈਂਟਸ ਆ ਸਾਡੇ ਹੋਸਟਲ 'ਚ ਸੀਗੇ, ਬਟ ਜਿੱਦਾਂ ਕਿ ਉਹਨਾਂ ਦੀ ਐਮਬੈਸੀਜ਼ ਨੇ ਬਹੁਤ ਜਲਦੀ ਉਹਨਾਂ ਨੂੰ ਇਵੈਕੂਏਟ ਕੀਤਾ। ਫਿਰ 1-2 ਦਿਨ ਦੇ ਵਿੱਚ ਉਹ ਚਲੇ ਗਏ ਸੀ ਉੱਥੋਂ ਦੀ, ਅਤੇ ਬਾਕੀ ਇੰਡੀਅਨਸ ਜਿਹੜੇ ਸੀਗੇ ਉਹ 150 ਦੇ ਅਰਾਊਂਡ ਜਿਹੜੇ ਸਟੂਡੈਂਟ ਉੱਥੇ ਰਹਿ ਗਏ ਸੀਗੇ। ਜੇ ਖਾਣੇ ਵਗੈਰਾ ਦੀ ਗੱਲ ਕਰੀਏ ਤਾਂ ਉਹ ਕਿਵੇਂ ਤੁਹਾਨੂੰ ਮਤਲਬ ਮਿਲਦਾ ਸੀਗਾ ਖਾਣਾ ਵਗੈਰਾ? ਮੈਮ ਪਹਿਲਾਂ ਤਾਂ ਜਿਹੜਾ ਸਟੋਰ ਕੀਤਾ ਹੋਇਆ ਸੀਗਾ
ਉਹ ਤਾਂ ਸੀਗਾ ਹੀ ਚਲੋ ਬੱਚਿਆਂ ਕੋਲ। ਫਿਰ ਉਸ ਤੋਂ ਬਾਅਦ ਇੱਕ ਦੋ ਦਿਨ ਦੇ ਬਾਅਦ ਜਦ ਸਿਚੁਏਸ਼ਨ ਥੋੜ੍ਹੀ ਠੀਕ ਹੋਈ ਹੈ, ਉਹਦੇ ਵਿੱਚ ਕਿਹਾ ਗਿਆ ਸਰਕਾਰ ਨੇ ਕਿ ਤੁਸੀਂ ਜਿੰਨਾ ਕੁ ਖਾਣਾ ਇਕੱਠਾ ਕਰ ਸਕਦੇ ਹੋ ਕਰ ਲਓ, ਅਤੇ ਸ਼ਾਮ ਤੋਂ 5 ਵਜੇ ਤੋਂ ਕਰਫਿਊ ਹੈ, ਤਾਂ 5 ਵਜੇ ਤੋਂ ਪਹਿਲਾਂ ਬੱਚਿਆਂ ਨੇ ਜਿੰਨਾ ਖਾਣਾ ਇਕੱਠਾ ਕਰ ਲਿਆ। ਉਹ ਖਾਣੇ ਨੂੰ ਹੀ ਫਿਰ ਯੂਜ਼ ਕੀਤਾ ਜਾ ਰਿਹਾ ਸੀ। ਜਿਵੇਂ ਤੁਹਾਨੂੰ ਕਹਿ ਦਿੱਤਾ ਜਾਂਦਾ ਸੀ ਕਿ ਸ਼ਾਮ 5 ਵਜੇ ਤੋਂ ਪਹਿਲਾਂ ਖਾਣਾ ਇਕੱਠਾ ਕਰ ਲਓ, ਅਤੇ ਤੁਸੀਂ ਵੀ ਉਸ ਦੇ ਵਿੱਚ ਹੀ ਸ਼ਾਮਿਲ ਸੀ, ਤਾਂ ਬਾਹਰ ਜਾਂਦੇ ਹੁੰਦੇ ਸੀਗੇ ਖਾਣਾ ਲੈਣ? ਹਾਂਜੀ ਮੈਮ, ਬਾਹਰ ਨਿਕਲੇ ਹਾਂ, ਬਾਹਰ ਖਾਣਾ ਉਹ ਇਕੱਠਾ ਕਰਨ ਲਾਈਨ 'ਚ ਖੜ੍ਹੇ ਹਾਂ, ਲਾਈਨ 'ਚੋਂ ਫੂਡ ਕਲੈਕਟ ਕੀਤਾ, ਫਿਰ ਘਰੇ ਆਏ ਹਾਂ। ਮਤਲਬ ਹੋਸਟਲ ਸਿਚੁਏਸ਼ਨ ਕਿੱਦਾਂ ਦੀ ਹੁੰਦੀ ਸੀਗੀ ਜਦੋਂ ਬਾਹਰ ਜਾਂਦੇ ਸੀਗੇ? ਸੇਫ ਮਹਿਸੂਸ ਕਰਦੇ ਸੀ ਆਪਣੇ ਆਪ ਨੂੰ? ਨਹੀਂ ਮੈਮ, ਕਿਉਂਕਿ ਰਸ਼ੀਅਨਸ ਦਾ ਕੁਛ ਨਹੀਂ ਪਤਾ ਸੀ, ਕਿੱਥੋਂ ਰਸ਼ੀਅਨ ਆਰਮੀ ਆ ਜਾਏ, ਕਿੱਥੋਂ ਫਾਇਰਿੰਗ ਸ਼ੁਰੂ ਹੋ ਜਾਏ, ਕੋਈ ਸੇਫ ਨਹੀਂ ਸੀਗਾ ਉਹ ਉਸ ਟਾਈਮ 'ਚ ਨਿਕਲਣਾ। ਸਭ ਆਪਣੇ ਰਿਸਕ 'ਤੇ ਆਪ ਨਿਕਲਦੇ ਸੀਗੇ। ਲਿਮਿਟਡ ਟਾਈਮ ਦੇ ਵਿੱਚ ਹੁੰਦਾ ਨਾ ਕਿ ਆਪਾਂ ਬਹੁਤ ਥੋੜ੍ਹੀ ਚੀਜ਼ਾਂ ਹੈ ਜੋ ਲੈ ਪਾਉਂਦੇ ਹਾਂ ਨਾ, ਕੈਰੀ ਕਰ ਪਾਉਂਦੇ ਹਾਂ, ਅਤੇ ਕਿੰਨਾ ਕੁ ਸਮਾਨ ਜੋ ਫਿਰ ਬਾਹਰ ਜਾਂਦੇ ਸੀ ਇੰਨੇ ਥੋੜ੍ਹੇ ਟਾਈਮ ਦੇ ਵਿੱਚ ਕਿੰਨਾ ਕੁ ਤੁਸੀਂ ਕੈਰੀ ਕਰ ਲੈਂਦੇ ਸੀ ਕਿ ਔਰ ਉਹ ਜੋ ਖਾਣਾ ਹੈ ਉਹ ਕਿੰਨਾ ਕੁ ਟਾਈਮ ਚੱਲ ਜਾਂਦਾ? ਮੈਮ ਸਾਨੂੰ ਤਾਂ ਸਾਡੇ ਸੀਨੀਅਰਸ ਨੇ ਕਿਹਾ ਸੀ ਕਿ ਤੁਸੀਂ 2 ਵੀਕਸ ਦਾ ਸਮਾਨ ਜਿਹੜਾ ਉਹ ਇਕੱਠਾ ਪਾ ਕੇ ਰੱਖ ਲਓ, ਕਿਉਂਕਿ ਅੱਗੇ ਪਤਾ ਨਹੀਂ ਕੀ ਹੋਣ ਵਾਲਾ ਹੈ। ਤੇ ਬੰਕਰਸ ਦੇ ਹਾਲਾਤ ਕਿੱਦਾਂ ਦੇ ਸੀਗੇ ਉੱਥੇ ਅੰਦਰ, ਕੀ ਮਾਹੌਲ ਬਣਿਆ ਹੋਇਆ ਸੀ? ਮੈਮ ਬੰਕਰਸ ਬਹੁਤ ਮਤਲਬ ਸਫੋਕੇਟਿਡ ਸੀਗੇ। ਉਹ ਛੋਟੀ ਜਿਹੀ ਜਗ੍ਹਾ ਅਤੇ ਉਹਦੇ ਵਿੱਚ ਨਾ ਹੀ ਪ੍ਰੋਪਰ ਮਤਲਬ ਇਨਫਰਾਸਟਰਕਚਰ, ਮਤਲਬ ਕੁਛ ਨਹੀਂ ਸੀਗਾ। ਬਿਲਕੁਲ ਮਿੱਟੀ ਵਾਲਾ ਮਾਹੌਲ ਸੀ ਨੀਚੇ, ਅਤੇ ਉਹ ਮਿੱਟੀ ਚੜ੍ਹਦੀ ਸੀਗੀ। ਕਾਫੀ ਬੱਚਿਆਂ ਨੂੰ ਉੱਥੇ ਮਤਲਬ ਖਾਂਸੀ ਵਾਂਸੀ ਦੀ ਪ੍ਰੋਬਲਮਸ ਵੀ ਹੋਈਆਂ। ਅਤੇ ਤੁਹਾਡੇ ਨਾਲ ਕਿੰਨੇ ਕੁ ਤੁਹਾਡੇ ਫਰੈਂਡਸ ਜਾਂ ਸਾਥੀ ਇੰਡੀਅਨਸ ਥੇ ਜਿਹੜੇ ਵੀ ਸਟੂਡੈਂਟਸ, ਉਹ ਕਿੰਨੇ ਕੁ ਸੀਗੇ? ਇੰਡੀਅਨ ਘੱਟੋ ਘੱਟ ਮੈਮ 150 ਦੇ ਅਰਾਊਂਡ, ਜਿਹੜੇ ਸਾਡੀ ਯੂਨੀਵਰਸਿਟੀ ਦੇ 150 ਦੇ ਅਰਾਊਂਡ ਸੀਗੇ, ਅਤੇ ਬਾਕੀ ਦੂਸਰੀ ਯੂਨੀਵਰਸਿਟੀ ਜਿੱਦਾਂ ਖਾਰਕਿਵ ਦੇ ਵਿੱਚੋਂ ਜਿਹੜੇ ਬੱਚੇ ਏਅਰਪੋਰਟ 'ਤੇ ਆਏ ਸੀਗੇ 24 ਤਰੀਕ ਨੂੰ ਫਲਾਈਟ ਵਾਸਤੇ, ਉਹਨਾਂ ਨੂੰ ਵੀ ਸਾਡੇ ਹੋਸਟਲ 'ਚ ਫਿਰ ਅਰੇਂਜ ਕੀਤਾ ਗਿਆ ਉਹਨਾਂ ਦਾ ਰਹਿਣਾ ਸਹਿਣਾ, ਕਿਉਂਕਿ ਉੱਥੇ ਏਅਰਪੋਰਟ 'ਤੇ ਜਿਹੜਾ ਹਮਲੇ ਸਟਾਰਟ ਹੋ ਗਏ ਸੀਗੇ, ਬੋਰਿਸਪੋਲ ਏਅਰਪੋਰਟ 'ਤੇ ਹਮਲੇ ਸਟਾਰਟ ਹੋ ਗਏ ਸੀ, ਇਸ ਲਈ ਫਿਰ ਉਹਨਾਂ ਨੂੰ ਸਾਡੇ ਹੋਸਟਲ 'ਚ ਐਡਜਸਟ ਕੀਤਾ ਗਿਆ। ਉਹ ਨੀਅਰ ਅਬਾਊਟ 50 ਸਟੂਡੈਂਟਸ ਉਹ ਸੀਗੇ, ਤਾਂ 200 ਸਟੂਡੈਂਟਸ ਸਟਾਰਟਿੰਗ ਇੰਡੀਅਨ ਜਿਹੜੇ ਆ ਉੱਥੇ ਸੀਗੇ। ਕਈ ਅਜਿਹੇ ਵੀਡੀਓ ਸਾਹਮਣੇ ਆਉਂਦੇ ਸੀ ਕਿ ਇੱਕ ਬੰਕਰ ਦੇ ਅੰਦਰ 5-5 ਹਜ਼ਾਰ ਸਟੂਡੈਂਟਸ ਵੀ ਛੁਪੇ ਹੋਏ ਸੀਗੇ। ਹਾਂਜੀ ਮੈਮ, ਕਈ ਬੰਕਰਸ ਦੇ ਵਿੱਚ ਇੱਦਾਂ ਵੀ ਸੀਗਾ ਮਾਹੌਲ, ਅਲੱਗ-ਅਲੱਗ ਜਗ੍ਹਾ 'ਤੇ ਅਲੱਗ-ਅਲੱਗ ਮਾਹੌਲ ਸੀਗਾ, ਬਟ ਸਾਡੇ ਜਿਹੜੇ ਯੂਨੀਵਰਸਿਟੀ ਦੇ ਬੰਕਰ ਸੀਗਾ ਉਹਦੇ ਵਿੱਚ 200 ਸਟੂਡੈਂਟ ਸੀਗੇ। ਇੰਡੀਅਨ ਸਟੂਡੈਂਟਸ ਦੀ ਜੇ ਗੱਲ ਕੀਤੀ ਜਾਵੇ ਤਾਂ ਇੰਡੀਅਨ ਸਟੂਡੈਂਟਸ ਉੱਥੇ ਸੇਫ ਸੀਗੇ? ਜਿੱਦਾਂ ਕਈ ਅਜਿਹੇ ਵੀਡੀਓ ਸਾਹਮਣੇ ਆਏ ਕਿ ਜੇਕਰ ਇੰਡੀਅਨ ਸਟੂਡੈਂਟਸ ਨੇ ਜੋ ਫਲੈਗ ਦਿਖਾ ਕੇ ਬਾਹਰ ਜਾਂਦੇ ਸੀ ਤਾਂ ਉਹ ਸੇਫ ਸੀਗੇ, ਕੀ ਇਹ ਗੱਲ ਵਾਕਈ ਸੱਚ ਹੈ? ਹਾਂਜੀ, ਜੇ ਤੁਸੀਂ ਫਲੈਗ ਲੈ ਕੇ ਜਾਂਦੇ ਹੋ ਫਿਰ ਥੋੜ੍ਹਾ ਸੇਫ ਹੋ ਸਕਦਾ ਹੈ, ਕਿਉਂਕਿ ਆਰਮੀ ਵਾਲੇ ਫਲੈਗ ਦੇਖ ਕੇ ਡਿਟੈਕਟ ਕਰ ਲੈਂਦੇ ਸੀਗੇ ਕਿ ਇਹ ਫੋਰਨਰ ਹੈ, ਫਿਰ ਇਸ ਲਈ ਉਹ ਜ਼ਿਆਦਾ ਸੇਫ ਮੈਥਡ ਸੀਗਾ ਫੂਡ ਕਲੈਕਟ ਕਰਨ ਦਾ, ਬਾਹਰ ਜਾਣ ਦਾ। ਇਹ 8 ਦਿਨ ਜੋ ਤੁਸੀਂ ਉੱਥੇ ਗੁਜ਼ਾਰੇ ਨੇ, ਕਿੱਦਾਂ ਦੇ ਰਹੇ 8 ਦਿਨ? ਬਹੁਤ ਮੁਸ਼ਕਿਲ ਰਹੇ ਹੈ। ਮੈਂ ਫਸਟ ਟਾਈਮ ਇੱਦਾਂ ਦਾ ਐਕਸਪੀਰੀਅੰਸ ਹੋਇਆ, ਕਿਉਂਕਿ ਅੱਜ ਤੱਕ ਇੱਦਾਂ ਦਾ ਐਕਸਪੀਰੀਅੰਸ ਹੋਇਆ ਨਹੀਂ ਹੈ। ਫੈਮਿਲੀ ਦੇ ਨਾਲ ਗੱਲਬਾਤ ਹੁੰਦੀ ਸੀਗੀ ਲਗਾਤਾਰ? ਹਾਂਜੀ ਹੁੰਦੀ ਸੀ, ਬਟ ਜਦ ਅਸੀਂ ਬੰਕਰਸ 'ਚ ਚਲੇ ਜਾਂਦੇ ਸੀਗੇ ਫਿਰ ਉੱਥੇ ਕੋਈ ਨੈਟਵਰਕ ਨਹੀਂ ਆਉਂਦਾ, ਕਿਉਂਕਿ ਅੰਡਰਗਰਾਊਂਡ ਹੁੰਦਾ, ਉੱਥੇ ਨੈਟਵਰਕ ਨਹੀਂ ਆਉਂਦਾ। ਤਾਂ ਅੰਧੇਰਾ ਹੁੰਦੇ ਹੀ ਸਾਨੂੰ ਵਾਰ ਸਾਇਰਨ ਸੁਣਾਈ ਦਿੱਤਾ ਜਾਂਦਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਗਿਆ ਸੀ ਜਿੱਦਾਂ ਹੀ ਵਾਰ ਸਾਇਰਨ ਵੱਜੇ ਤਾਂ ਤੁਸੀਂ ਚੁੱਪਚਾਪ ਬੰਕਰਾਂ 'ਚ ਚਲ ਜਾਣਾ ਉਸੇ ਟਾਈਮ। ਅਗਰ ਨਹੀਂ ਜਾਂਦੇ ਸੀ ਤਾਂ ਮਤਲਬ ਫਿਰ ਕੋਈ ਖਤਰੇ ਵਾਲੀ ਗੱਲ ਹੁੰਦੀ ਸੀ? ਹਾਂਜੀ, ਕਿਉਂਕਿ ਉਹਨਾਂ ਨੇ ਕਿਹਾ ਗਿਆ ਸੀਗਾ ਕਿ ਕਿਸੇ ਵੀ ਬਿਲਡਿੰਗ 'ਤੇ ਕਿਸੇ ਟਾਈਮ ਵੀ ਬੰਬ ਗਿਰ ਸਕਦਾ ਹੈ। ਜਦ ਵਾਰ ਸਾਇਰਨ ਵੱਜੇ, ਚਾਹੇ ਉਹ ਦਿਨ ਦਾ ਸਮਾਂ ਹੋ ਚਾਹੇ ਉਹ ਸ਼ਾਮ ਦਾ ਸਮਾਂ ਹੋ, ਤੁਸੀਂ ਬੰਕਰ 'ਚ ਜਾਣਾ ਹੀ ਜਾਣਾ। ਹਰ ਟਾਈਮ 8 ਦਿਨ ਉੱਥੇ ਗੁਜ਼ਾਰੇ ਨੇ ਇਹਨਾਂ ਜੰਗ ਦੇ ਦਰਮਿਆਨ, ਤੁਸੀਂ ਹਰ ਟਾਈਮ ਜਾਨ ਹਥੇਲੀ ਦੇ ਉੱਤੇ ਸੀਗੀ, ਕੀ ਡਰ ਦਾ ਮਾਹੌਲ ਸੀਗਾ ਅੰਦਰ, ਕੀ ਚੱਲ ਰਿਹਾ ਸੀਗਾ ਦਿਲ ਦੇ ਅੰਦਰ? ਕੁਛ ਨਹੀਂ, ਇੰਨਾ ਵੀ ਮਤਲਬ ਸੀਗਾ ਨਹੀਂ, ਕਿਉਂਕਿ ਸਾਡਾ ਜਿਹੜਾ ਏਰੀਆ ਸੀ ਉਹ ਥੋੜ੍ਹਾ ਫਿਰ ਵੀ ਸੇਫ ਸੀ ਅਨਦਰ ਏਰੀਆਜ਼ ਤੋਂ, ਕਿਉਂਕਿ ਜਿਹੜਾ ਕੀਵ ਦੇ ਵਿੱਚ ਜਿਹੜਾ ਸਾਡਾ ਏਰੀਆ ਸੀ ਉਹ ਬਿਲਕੁਲ ਸੈਂਟਰ ਦੇ ਵਿੱਚ ਸੀ, ਇਸ ਲਈ ਉਹ ਏਰੀਆ ਫਿਰ ਵੀ ਥੋੜ੍ਹਾ ਸੇਫ ਸੀ। ਕੀਵ ਦੇ ਜਿਹੜੇ ਆਊਟਸਕਰਟ ਏਰੀਆਜ਼ ਨੇ ਉਹ ਜ਼ਿਆਦਾ ਅਫੈਕਟ ਸੀਗੇ ਐਕਸਪਲੋਜਨ ਤੋਂ, ਇਸ ਲਈ ਸਾਨੂੰ ਫਿਰ ਵੀ ਹਜੇ ਥੋੜ੍ਹਾ ਘੱਟ ਡਰ ਸੀ ਐਜ਼ ਕੰਪੇਅਰ ਟੂ ਜਿਹੜੇ ਆਊਟਸਕਰਟਸ ਇੰਡੀਅਨ ਫਸੇ ਹੋਏ ਸੀ ਕੀਵ ਦੇ ਵਿੱਚ। ਇੱਕ ਸਟੂਡੈਂਟ ਦੀ ਮੌਤ ਵੀ ਹੋਈ ਸੀਗੀ ਬੰਬ ਬਲਾਸਟ ਦੇ ਦੌਰਾਨ? ਬੰਬ ਬਲਾਸਟ ਦੇ ਦੌਰਾਨ ਨਹੀਂ ਹੋਈ, ਉਹ ਐਕਚੁਅਲੀ ਕੀ ਹੋਇਆ, ਉਹ ਖਾਰਕਿਵ ਦੇ ਵਿੱਚ ਉਹ ਚੀਜ਼ ਹੋਈ ਹੈ। ਉਹ ਮੁੰਡਾ ਆਪਣੇ ਫਰੈਂਡਸ ਦੇ ਨਾਲ ਨਿਕਲਿਆ ਗਰੋਸਰੀਜ਼ ਲੈਣ, ਅਤੇ ਰਸ਼ੀਅਨ ਟਰੂਪਸ ਅਤੇ ਯੂਕਰੇਨੀਅਨ ਟਰੂਪਸ ਦੀ ਆਮਣੇ ਸਾਹਮਣੇ ਕ੍ਰੋਸ ਫਾਇਰਿੰਗ ਦੇ ਵਿੱਚ ਉਹਦੀ ਜਿਹੜੀ ਕੀ ਹੈ ਡੈਥ ਹੋਈ ਹੈ, ਗੋਲੀ ਲੱਗਣ ਕਾਰਨ ਹੋਈ ਹੈ।
ਜਦੋਂ ਤੁਸੀਂ ਉੱਥੋਂ ਨਿਕਲੇ ਕਦੋਂ ਸੀਗੇ? ਖਾਰਕਿਵ ਤੋਂ ਨਿਕਲੇ ਸੀ ਤੁਸੀਂ? ਮੈਂ ਕੀਵ ਤੋਂ ਨਿਕਲੇ ਸੀ। ਕੀਵ ਤੋਂ ਕਦੋਂ ਤੁਸੀਂ ਨਿਕਲੇ ਸੀਗੇ ਆਪਣੇ ਘਰ ਦੇ ਲਈ? ਮੈਂ ਜੀ ਕੀਵ ਤੋਂ ਨਿਕਲਿਆ 28 ਤਰੀਕ ਨੂੰ ਸਟੇਸ਼ਨ ਲਈ ਅਸੀਂ ਨਿਕਲੇ ਹਾਂ, ਕਿਉਂਕਿ ਇੰਡੀਆ ਗਵਰਨਮੈਂਟ ਦਾ ਟਵੀਟ ਆਇਆ ਸੀ ਕਿ ਜਲਦੀ ਤੋਂ ਜਲਦੀ ਕੀਵ 'ਚ ਜਿੰਨੇ ਵੀ ਸਟੂਡੈਂਟਸ ਹੈ ਉਹ ਐਗਜ਼ਿਟ ਹੋ, ਮਤਲਬ ਇੱਕ ਤਰ੍ਹਾਂ ਛੱਡੋ, ਮਤਲਬ ਕੀਵ ਨੂੰ ਛੱਡ ਦਿਓ ਜਿੰਨੀ ਜਲਦੀ ਤੋਂ ਜਲਦੀ ਹੋ ਸਕਦਾ। ਤਾਂ ਇਸ ਲਈ ਅਸੀਂ ਸਵੇਰੇ 28 ਤਰੀਕ ਨੂੰ ਉਹ ਟਵੀਟ ਜਿੱਦਾਂ ਹੀ ਪੜ੍ਹਿਆ, ਓਫੀਸ਼ੀਅਲ ਟਵੀਟ ਇੰਡੀਅਨ ਐਮਬੈਸੀ ਦਾ, ਇੰਡੀਅਨ ਗਵਰਨਮੈਂਟ ਦਾ, ਤਾਂ ਅਸੀਂ ਉੱਥੋਂ ਆਪਣਾ ਹੋਸਟਲ ਨੂੰ ਲੀਵ ਕੀਤਾ ਵਿਦ ਅ ਫਲੈਗ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਗਏ? ਅਸੀਂ ਪਹਿਲਾਂ ਉੱਥੋਂ 1 ਕਿਲੋਮੀਟਰ ਬਾਏ ਵਾਕ ਮੈਟਰੋ ਸਟੇਸ਼ਨ ਗਏ ਹਾਂ। ਮੈਟਰੋ ਸਟੇਸ਼ਨ ਤੋਂ ਸਾਡੇ ਤੁਰ ਪਾਸਪੋਰਟ ਕੇ ਗਏ ਯਾਨੀ ਤੁਸੀਂ? ਕਿੰਨੀ ਕੁ ਦੂਰ ਸੀਗਾ ਮੈਟਰੋ? 1 ਕਿਲੋਮੀਟਰ ਪੈਦਲ ਵਾਕ ਕਰਕੇ ਅਸੀਂ ਮੈਟਰੋ ਗਏ ਹਾਂ। ਮੈਟਰੋ 'ਤੇ ਸਾਡੇ ਪਾਸਪੋਰਟ ਵਗੈਰਾ ਅਤੇ TR ਜਿੱਦਾਂ ਟੈਂਪਰੇਰੀ ਰੈਜ਼ੀਡੈਂਸ ਉਹ ਚੈੱਕ ਹੋਏ ਹੈ। ਉੱਥੇ ਆਰਮੀ ਵਾਲੇ ਖੜ੍ਹੇ ਹੋਏ ਸੀ, ਉਹ ਐਂਟਰ ਨਹੀਂ ਕਰਨ ਦੇ ਰਹੇ ਸੀ। ਪਹਿਲਾਂ ਪਾਸਪੋਰਟ ਅਤੇ TR ਚੈੱਕ ਕਰ ਰਹੇ ਸੀ। ਉਹ ਚੈੱਕ ਕਰਨ ਤੋਂ ਬਾਅਦ ਸਾਨੂੰ ਨੀਚੇ ਜਾਣ ਦਿੱਤਾ ਗਿਆ ਮੈਟਰੋ ਦੇ ਵਿੱਚ। ਮੈਟਰੋ 'ਚ ਵੀ ਪਹਿਲਾਂ 1 ਘੰਟਾ ਸਾਨੂੰ ਵੇਟ ਕਰਾਇਆ ਗਿਆ, ਫਿਰ ਮੈਟਰੋ ਆਈ। ਮੈਟਰੋ 'ਚ ਬਹਿ ਕੇ ਫਿਰ ਆਪਾਂ ਇੱਕ ਸਟੇਸ਼ਨ ਉਤਰੇ ਹਾਂ। ਉਹ ਸਟੇਸ਼ਨ ਤੋਂ ਉਤਰ ਕੇ ਸਾਨੂੰ 3.5 ਕਿਲੋਮੀਟਰ ਪੈਦਲ ਬੋਗਜ਼ਾਲ, ਜਿਹੜਾ ਕਿ ਕੀਵ ਦਾ ਰੇਲਵੇ ਸਟੇਸ਼ਨ ਹੈ, ਉੱਥੇ ਜਾਣਾ ਪਿਆ। ਹੋਰ ਵੀ ਇੰਡੀਅਨ ਸਟੂਡੈਂਟਸ ਨੇ? ਤੁਹਾਡੇ ਨਾਲ ਕਿੰਨੇ ਬੱਚੇ ਆਏ ਨੇ? ਮੇਰੇ ਨਾਲ ਮੈਮ ਮੇਰੀ ਯੂਨੀਵਰਸਿਟੀ ਦੇ ਮੈਨੂੰ ਪਤਾ ਹੈ ਮੇਰੇ ਨਾਲ ਆਏ ਹੈ ਟੋਟਲ 65, ਕਿਉਂਕਿ ਸਪਲਿਟ ਹੋ ਗਏ ਸੀ। ਜਿੱਦਾਂ ਹੀ ਕੁਛ ਜਣੇ ਹੜਬੜਾਹਟ ਦੇ ਵਿੱਚ ਉਹ ਟਵੀਟ ਜਿੱਦਾਂ ਆਇਆ, ਕੁਛ ਉसी टाइम निकले है, कुछ थोड़ा सोच समझ के 2-3 घंटे 4 घंटे बाद निकले है। मैं उन्होंने नाल निकलिया अपने सीनियर्स नाल, कुछ अपने रिस्क ते निकल गए उसी टाइम। और जो अपने रिस्क ते निकले ने वो सेफ सीगे? हाँ जी मैम, बट वो हजे भी उत्थे ही है, मतलब बॉर्डर क्रॉस करके बैठे हुए अनदर कंट्रीज से, पर हजे भी वो उत्थे जिद्दां कई रोमानिया च है मेरे फ्रेंड्स, कई हंगरी च है, तो असी निकल के इंडिया पहुँच चुके हैं। ਕਈ ਵੀਡੀਓਜ਼ ਐਸੇ ਵੀ ਸ਼ੁਭਮ ਆ ਰਹੇ ਸੀਗੇ ਜਿਨ੍ਹਾਂ ਦੇ ਵਿੱਚ ਸਟੂਡੈਂਟਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ, ਉਹਦਾ ਅਸਲ ਸੱਚ ਕੀ ਹੈ? ਉਹ ਮੈਮ ਦੇਖੋ, ਜਦ ਇੱਕੋ ਦਮ ਮਤਲਬ ਐਦਾਂ ਸਿਚੁਏਸ਼ਨ ਪੈਦਾ ਹੋਈ ਹੈ ਤਾਂ ਲੋਕ ਮਤਲਬ ਫਟਾਫਟ 2 ਤੋਂ 3-4 ਹਜ਼ਾਰ ਸਟੂਡੈਂਟ ਜਿਹੜਾ ਉਹ ਪੋਲੈਂਡ ਬਾਰਡਰ ਵੱਲ ਗਿਆ ਅਤੇ ਉੱਥੇ ਕੀ ਹੋਇਆ, ਮਤਲਬ ਸਿਚੁਏਸ਼ਨ ਇਹੋ ਜਿਹੀ ਸੀ, ਸਿਕਿਉਰਿਟੀ ਘੱਟ ਸੀ ਅਤੇ ਬੱਚੇ ਜ਼ਿਆਦਾ ਸੀ। ਫਿਰ ਉਹ ਬਾਰਡਰ 'ਤੇ ਜਿਹੜੀ ਹੈ ਉਸ ਟਾਈਮ ਧੱਕਾ ਮੁੱਕੀ ਬਹੁਤ ਹੋਈ ਹੈ ਐਨਜ਼ਾਈਟੀ ਕਾਰਨ, ਮਤਲਬ ਟੈਨਸ਼ਨ ਕਾਰਨ ਬੱਚਿਆਂ ਦੇ। ਇਸ ਕਰਕੇ ਫਿਰ ਫੋਰਸ ਨੂੰ ਜਿਹੜਾ ਸਟ੍ਰਿਕਟ ਐਕਸ਼ਨ ਲੈਣਾ ਪਿਆ ਕਿ ਡੈਕੋਰਮ ਮੇਨਟੇਨ ਕਰਨ ਵਾਸਤੇ ਉਹਨਾਂ ਨੂੰ ਸਟ੍ਰਿਕਟ ਐਕਸ਼ਨ ਲੈਣਾ ਪਿਆ, ਉਹਨਾਂ ਨੂੰ ਬੱਚਿਆਂ 'ਤੇ ਹਮਲਾ ਕਰਨਾ ਪਿਆ, ਮਤਲਬ ਮਾਰਨਾ ਪਿਆ, ਕੁੱਟਣਾ ਪਿਆ, ਤਾਂ ਕਿ ਉਹ ਸਿਚੁਏਸ਼ਨ ਨੂੰ ਉੱਥੇ ਮਾਹੌਲ ਨੂੰ ਕੰਟਰੋਲ ਕਰ ਸਕਣ। ਸਟੇਸ਼ਨਸ ਦੀਆਂ ਵੀ ਕੁਝ ਵੀਡੀਓਜ਼ ਆ ਰਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਜਿਹੜੇ ਸਟੂਡੈਂਟ ਸੀਗੇ ਉਹਨਾਂ ਨੂੰ ਟ੍ਰੇਨ ਦੇ ਵਿੱਚ ਨਹੀਂ ਚੜ੍ਹਨ ਦਿੱਤਾ ਜਾ ਰਿਹਾ। ਹਾਂਜੀ ਮੈਮ, ਇਹ ਵੀ ਸੱਚ ਹੈ। ਉੱਥੇ ਟ੍ਰੇਨ ਦੇ ਵਿੱਚ ਜਿਹੜਾ ਕੀ ਹੈ ਬੱਚਿਆਂ ਨੂੰ ਨਹੀਂ ਚੜ੍ਹਨ ਦਿੱਤਾ ਜਾ ਰਿਹਾ ਸੀ। ਸਾਡੇ ਨਾਲ ਖੁਦ ਹੋਇਆ ਹੈ। ਸਾਡੀ 3 ਟ੍ਰੇਨਾਂ ਜਿਸ ਦਿਨ ਆਪਾਂ ਗਏ ਹਾਂ ਉਸ ਦਿਨ ਸਾਡੀ 3 ਟ੍ਰੇਨਾਂ, ਜਿੱਦਾਂ ਕਿ ਸਾਡੀ 2 ਉਜ਼ਰ ਰੋਡ ਦੀ ਅਤੇ ਇੱਕ ਵਿਨਿਤਸਾ ਦੀ ਟ੍ਰੇਨ ਜਿਹੜੀ ਹੈ ਉਹ ਮਿਸ ਹੋਈ ਹੈ। ਅਤੇ ਉਸ ਤੋਂ ਬਾਅਦ ਅਤੇ ਹੁਣ ਤੁਹਾਨੂੰ ਕਿੰਨੇ ਦਿਨ ਟੋਟਲ ਨੇ ਜਿਹੜੇ ਆਪਣੇ ਘਰ ਵਾਪਸ ਆਉਣ ਨੂੰ ਲੱਗੇ? ਟ੍ਰੇਨ ਅਸੀਂ ਰੇਲਵੇ ਸਟੇਸ਼ਨ ਗਏ ਸੀ 28 ਨੂੰ, ਅਤੇ ਉਸ ਤੋਂ ਬਾਅਦ 1-2 ਨੂੰ ਸਾਡੀ ਫਲਾਈਟ ਹੋ ਗਈ ਸੀਗੀ। ਜਿੱਦਾਂ ਹੀ ਮਤਲਬ ਅਸੀਂ ਪੋਲੈਂਡ ਬਾਰਡਰ ਕ੍ਰੋਸ ਕੀਤਾ ਉਸ ਤੋਂ ਬਾਅਦ ਐਮਬੈਸੀ ਦੀ ਬਹੁਤ ਵਧੀਆ ਇੱਕ ਤਰ੍ਹਾਂ ਦੀ ਟਰੀਟਮੈਂਟ ਇੰਡੀਅਨ ਸਟੂਡੈਂਟਸ ਲਈ ਸਾਹਮਣੇ ਆਈ ਹੈ। ਬਹੁਤ ਅੱਛਾ ਸਾਨੂੰ ਟਰੀਟ ਕੀਤਾ ਗਿਆ ਐਮਬੈਸੀ ਦੁਆਰਾ। ਕੀਵ ਤੋਂ ਨਿਕਲ ਕੇ ਇੰਡੀਆ ਤੱਕ ਪਹੁੰਚਣ ਦੇ ਵੇਲੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਵਗੈਰਾ ਫੇਸ ਕਰਨੀ ਪਈ? ਫਿਰ ਕੋਈ ਪ੍ਰੋਬਲਮ ਨਹੀਂ, ਮਤਲਬ ਨਹੀਂ, ਜਦ ਆਪਾਂ ਪੋਲੈਂਡ ਤੋਂ ਕ੍ਰੋਸ ਕਰ ਗਏ ਫਿਰ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ। ਬਸ ਇਹੀ ਸੀਗਾ ਕਿ ਕੀਵ ਤੋਂ ਜਦ ਆਪਾਂ ਨਿਕਲ ਕੇ ਲਵੀਵ ਜਾਣਾ ਸੀ, ਜਿੱਦਾਂ ਕਿ ਟ੍ਰੇਨ ਦੇ ਵਿੱਚ ਸਾਨੂੰ ਰੇਲਵੇ ਸਟੇਸ਼ਨ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਹੈ, ਕਿਉਂਕਿ ਇੱਕ ਤਾਂ ਜੀ ਮੈਮ 5 ਵਜੇ ਤੋਂ ਬਾਅਦ ਜਿਹੜਾ ਨਾ ਕਰਫਿਊ ਲੱਗ ਜਾਂਦਾ ਸੀ, ਅਤੇ ਕਰਫਿਊ ਦੇ ਵਿੱਚ ਇਹ ਸੀਗਾ ਕਿ ਇਹ ਇੰਡੀਆ ਵਰਗਾ ਕਰਫਿਊ ਨਹੀਂ ਸੀਗਾ। ਇਹ ਕਰਫਿਊ 'ਚ ਇੱਦਾਂ ਸੀਗਾ ਕਿ ਆਰਮੀ ਵਾਲੇ ਅਗਰ ਕਿਸੇ ਨੂੰ ਵੀ, ਕਿਸੇ ਫੋਰਨਰ ਨੂੰ ਜਾਂ ਕਿਸੇ ਉੱਥੇ ਦੇ ਸਿਟੀਜ਼ਨ ਨੂੰ ਰੋਡ ਦੇ ਉੱਤੇ ਪਾਏ ਜਾਂਦੇ ਆ ਤਾਂ ਉਹਨਾਂ ਨੂੰ ਸ਼ੂਟ ਐਟ ਸਾਈਡ ਦਾ ਵੀ ਆਰਡਰ ਸੀ ਕਿ ਅਗਰ ਉਹ ਤੁਹਾਨੂੰ ਸਟ੍ਰੇਂਜਰ ਮਹਿਸੂਸ ਹੋ ਰਿਹਾ ਤਾਂ ਤੁਸੀਂ ਉਹ ਤੋਂ ਕੋਈ ਸਵਾਲ ਨਹੀਂ ਕਰਨਾ, ਤੁਸੀਂ ਉਹਨੂੰ ਸ਼ੂਟ ਕਰ ਸਕਦੇ ਹੋ, ਕਿਉਂਕਿ ਉਹ ਮਾਰਸ਼ਲ ਲਾਅ ਦੇ ਤਹਿਤ ਉਹ ਸੀਗਾ। ਇੰਨੇ ਦਿਨਾਂ ਦੇ ਵਿੱਚ ਸ਼ੁਭਮ ਸਭ ਤੋਂ ਔਖੀ ਕਿਹੜੀ ਚੀਜ਼ ਲੱਗੀ? ਸਭ ਤੋਂ ਔਖਾ ਸਮਾਂ ਕੀ ਸੀਗਾ ਤੁਹਾਡੇ ਲਈ? ਮੈਮ ਜਦ ਅਸੀਂ ਰੇਲਵੇ ਸਟੇਸ਼ਨ ਫਸ ਗਏ ਨਾ, ਉਹ ਸਭ ਤੋਂ ਔਖਾ ਸਮਾਂ ਸੀ, ਕਿਉਂਕਿ ਬੰਕਰਸ 'ਚ ਤਾਂ ਫਿਰ ਸਾਨੂੰ ਖਾਣਾ ਮਿਲ ਰਿਹਾ ਸੀ, ਸਭ ਕੁਝ ਮਿਲ ਰਿਹਾ ਸੀ, ਸਾਡੇ ਕੋਲ ਫੂਡ ਵਗੈਰਾ ਸਭ ਸੀਗਾ, ਅਤੇ ਬਟ ਜਦ ਆਪਾਂ ਉੱਥੋਂ ਨਿਕਲ ਕੇ ਅਸੀਂ ਰੇਲਵੇ ਸਟੇਸ਼ਨ ਪਹੁੰਚੇ ਹਾਂ
ਪਹਿਲਾਂ 3 ਵਜੇ ਵਾਲੀ ਗੱਡੀ ਮਿਸ ਹੋਈ ਹੈ, ਮਤਲਬ ਕਿਉਂਕਿ ਸਾਨੂੰ ਐਂਟਰ ਨਹੀਂ ਕੀਤਾ ਗਿਆ, ਕਿਉਂਕਿ ਬੋਗੀ ਦੇ ਬਾਹਰ ਹੀ ਬੰਦੇ ਖੜੇ ਹੋਏ ਸੀ। ਉਹ ਸਿਰਫ ਕਪਲਸ ਨੂੰ ਤੇ ਜਿਹੜੇ ਉੱਥੇ ਦੇ ਸੀਨੀਅਰ ਸਿਟੀਜ਼ਨਸ ਹੈ ਉਹਨਾਂ ਨੂੰ ਐਂਟਰੀ ਦੇ ਰਹੇ ਸੀਗੇ। ਤੇ ਮਤਲਬ ਸਾਡੇ ਵਰਗੇ ਸਟੂਡੈਂਟਸ, ਫੋਰਨ ਸਟੂਡੈਂਟਸ ਜਾਂ ਉੱਥੇ ਦੇ ਜਿਹੜੇ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਮਤਲਬ ਚੜ੍ਹਨ ਨਹੀਂ ਦਿੱਤਾ ਜਾ ਰਿਹਾ ਸੀ। ਇਸ ਲਈ ਉੱਥੇ ਸਭ ਤੋਂ ਜ਼ਿਆਦਾ ਮਹਿਸੂਸ ਹੋਇਆ ਸਾਨੂੰ ਕਿ ਕੰਪਲਿਕੇਸ਼ਨਸ ਆਈਆਂ ਸਾਨੂੰ। ਇੱਕ ਤਾਂ ਭੁੱਖੇ ਪੇਟ ਸੀ, ਉੱਪਰੋਂ ਹੈਵੀ ਵੇਟ ਚੱਕਿਆ ਹੋਇਆ ਸੀ। ਟਾਈਮ ਤੋਂ ਉਦੋਂ ਖਾਣਾ ਨਹੀਂ ਖਾਇਆ ਸੀ? ਕਿੰਨਾ ਟਾਈਮ? ਮੈਡਮ 1 ਦਿਨ ਪੂਰਾ ਹੋ ਗਿਆ ਸੀ ਰੇਲਵੇ ਸਟੇਸ਼ਨ 'ਤੇ ਜਿਸ ਦਿਨ ਆਪਾਂ ਇੰਤਜ਼ਾਰ ਕੀਤਾ, ਕਿਉਂਕਿ ਆਸ-ਪਾਸ ਵਾਲੀ ਮਾਰਕੀਟ ਵੀ ਬੰਦ ਸੀ ਅਤੇ ਰੇਲਵੇ ਸਟੇਸ਼ਨ ਦੇ ਵਿੱਚ ਵੀ ਖਾਣੇ ਦਾ ਕੋਈ ਵੀ ਉਹ ਨਹੀਂ ਸੀ, ਸਾਧਨ ਨਹੀਂ ਸੀ। ਅਤੇ 1 ਦਿਨ ਪੂਰਾ 28 ਤੋਂ ਲੈ ਕੇ 1 ਤੱਕ, ਜਦ ਤੱਕ ਸਾਨੂੰ 2 ਵਜੇ 12 ਵਜੇ ਵਾਲੀ 11 ਵਜੇ ਵਾਲੀ ਟ੍ਰੇਨ ਨਹੀਂ ਮਿਲੀ ਐਗਜ਼ੈਕਟਲੀ, ਅਸੀਂ ਭੁੱਖੇ ਰਹੇ ਹਾਂ ਮਤਲਬ ਸਵੇਰ ਤੋਂ। ਕਦੋਂ ਜਾ ਕੇ ਮਤਲਬ 1 ਦਿਨ ਪੂਰਾ ਭੁੱਖੇ ਰਹੇ, ਕਦੋਂ ਜਾ ਕੇ ਖਾਣਾ ਹੈ ਜੋ ਮਿਲਿਆ ਤੁਹਾਨੂੰ? ਜਦ ਮੈਮ ਅਸੀਂ ਪੋਲੈਂਡ ਦਾ ਬਾਰਡਰ ਕ੍ਰੋਸ ਕੀਤਾ, ਫਿਰ ਜਿੱਦਾਂ ਅਸੀਂ ਹੋਟਲ 'ਚ ਗਏ ਹਾਂ ਫਿਰ ਸਾਨੂੰ ਪ੍ਰੋਪਰ ਖਾਣਾ ਮਿਲਿਆ। ਵਰਨਾ ਸਾਡੇ ਕੋਲ 28 ਤਰੀਕ ਨੂੰ ਵੀ ਸਿਰਫ ਸਨੈਕਸ ਸੀਗੇ, ਜਿੱਦਾਂ ਕਿ ਲੇਜ਼ ਖਾ ਕੇ ਅਸੀਂ, ਲੇਜ਼ ਅਤੇ ਚੋਕਲੇਟ ਖਾ ਕੇ ਅਸੀਂ ਉਸ ਦਿਨ ਗੁਜ਼ਾਰਾ ਕੀਤਾ। ਰਾਤ ਨੂੰ ਨੀਂਦ ਆ ਜਾਂਦੀ ਸੀਗੀ ਜਦੋਂ ਬੰਕਰਸ ਦੇ ਵਿੱਚ ਸੌਣਾ ਪੈਂਦਾ ਸੀ? ਮੈਮ ਬਹੁਤ ਘੱਟ ਆਉਂਦੀ ਸੀ ਨੀਂਦ, ਕਿਉਂਕਿ ਟੈਂਸ਼ਨ ਵਾਲਾ ਮਾਹੌਲ ਸੀ ਅਤੇ ਇੱਕ ਥੋੜ੍ਹਾ ਸਫੋਕੇਟਿਡ ਬੰਕਰ ਦੇ ਵਿੱਚ ਮਹਿਸੂਸ ਹੁੰਦਾ ਸੀ, ਇਸ ਲਈ ਬਹੁਤ ਘੱਟ ਨੀਂਦ ਆਉਂਦੀ ਸੀ। ਇੱਕ ਹੁੰਦਾ ਨਾ ਸਮਾਂ ਬਹੁਤ ਔਖਾ ਹੁੰਦਾ ਹੈ, ਬੱਚਾ ਮੁਸ਼ਕਿਲ ਦੇ ਵਿੱਚ ਹੁੰਦਾ ਹੈ। ਜਦੋਂ ਪੇਰੈਂਟਸ ਨਾਲ ਫੋਨ 'ਤੇ ਗੱਲ ਹੁੰਦੀ ਸੀਗੀ, ਉਹ ਸਮਾਂ ਕਿੱਦਾਂ ਹੁੰਦਾ ਸੀਗਾ? ਜਦੋਂ ਮੰਮੀ ਪਾਪਾ ਪੁੱਛਦੇ ਬੇਟਾ ਤੂੰ ਠੀਕ ਆ, ਉਹ ਸਮਾਂ ਕਿੱਦਾਂ ਦਾ ਹੁੰਦਾ ਸੀ? ਉਹ ਸਮਾਂ ਵੀ ਥੋੜ੍ਹਾ ਮਤਲਬ ਇਮੋਸ਼ਨਲ ਜਿਹੇ ਹੋ ਜਾਂਦੇ ਸੀ ਘਰ ਵਾਲੇ, ਕਿ ਮਤਲਬ ਇਹ ਸੁਣ ਕੇ ਕੀ ਹਾਲ ਹੈ, ਕੀ ਨਹੀਂ ਹੈ, ਕਿਤੇ ਝੂਠ ਤਾਂ ਨਹੀਂ ਬੋਲ ਰਿਹਾ, ਖਾਣਾ ਖਾਧਾ ਇਹਨੇ ਕਿ ਨਹੀਂ ਖਾਧਾ। ਇਸ ਲਈ ਉਹ ਥੋੜ੍ਹਾ ਵੀ ਸਮਾਂ ਇਮੋਸ਼ਨਲ ਸਮਾਂ ਹੁੰਦਾ ਸੀ ਜਦ ਘਰਦਿਆਂ ਨਾਲ ਗੱਲ ਕਰਦੇ ਸੀ ਅਤੇ ਘਰ ਦੇ ਬਾਰ-ਬਾਰ ਪੁੱਛਦੇ ਸੀ ਖਾਣਾ ਖਾਧਾ ਹੈ, ਦਿਖਾ ਕਿੱਥੇ ਖਾਧਾ, ਵੀਡੀਓ ਕਾਲ ਕਰ, ਦਿਖਾ ਕੀ ਬਣਾਇਆ ਕੀ ਨਹੀਂ ਬਣਾਇਆ। ਤਾਂ ਕਈ ਵਾਰ ਝੂਠ ਵੀ ਬੋਲਿਆ, ਬਟ ਗੁਜ਼ਾਰ ਹੀ ਲਿਆ ਸਮਾਂ। ਕਿੰਨਾ ਟਾਈਮ ਪਹਿਲਾਂ ਤੁਸੀਂ ਇੱਥੋਂ ਗਏ ਸੀਗੇ? ਮੈਂ ਜੀ 3 ਮਹੀਨੇ ਪਹਿਲਾਂ ਗਿਆ। 3 ਮਹੀਨੇ ਪਹਿਲਾਂ ਗਏ ਸੀ। ਲੱਗਦਾ ਹੁਣ ਕਈ ਸਟੂਡੈਂਟਸ ਹੁੰਦੇ ਨੇ ਮੋਸਟਲੀ ਇੱਥੋਂ ਛੱਡ ਕੇ ਬਾਹਰ ਵੱਲ ਭੱਜਦੇ ਨੇ ਕਿ ਕੈਰੀਅਰ ਹੈ ਜੋ ਸਾਡਾ ਉਹ ਬਣੇਗਾ, ਪਰ ਕਿਤੇ ਨਾ ਕਿਤੇ ਇਹ ਚੀਜ਼ਾਂ ਦੇ ਵਿਚਾਲੇ ਹੁਣ ਲੱਗਦਾ ਹੈ ਕਿ ਸਟੂਡੈਂਟਸ ਨੂੰ ਬਾਹਰ ਜਾਣਾ ਚਾਹੀਦਾ ਹੈ ਜਾਂ ਨਹੀਂ? ਦੇਖੋ, ਅਗਰ ਗੌਰਮੈਂਟ ਅੱਛੀ ਫੈਸਿਲਿਟੀ ਪ੍ਰੋਵਾਈਡ ਕਰਾਉਂਦਾ ਸਟੂਡੈਂਟਸ ਨੂੰ ਇੱਥੇ ਹੀ, ਫਿਰ ਕੌਣ ਬਾਹਰ ਜਾਣਾ ਚਾਹਵੇ। ਇਸ ਲਈ ਮੇਰੇ ਖਿਆਲ ਨਾਲ ਸੇਫ ਕੰਟਰੀਜ਼ ਵਾਲੀ ਸਾਈਡ ਅਗਰ ਮੂਵ ਕਰਨਗੇ ਸਟੂਡੈਂਟਸ ਤਾਂ ਉਹ ਮਤਲਬ ਜਿੱਦਾਂ ਆਪਣਾ ਆਸਟ੍ਰੇਲੀਆ ਹੋ ਗਿਆ, ਕੈਨੇਡਾ ਹੋ ਗਿਆ, ਇਹ ਕੰਟਰੀ ਸੇਫ ਹੈ ਸਟੂਡੈਂਟਸ ਦੇ ਲਈ ਸਟੱਡੀ ਵਾਸਤੇ ਐਜ਼ ਕੰਪੇਅਰ ਟੂ ਯੂਰਪ ਦੀ ਕੰਟਰੀਜ਼। ਸ਼ੁਭਮ, ਜਿਵੇਂ ਤੁਸੀਂ ਇੱਥੇ ਤੱਕ ਪਹੁੰਚੇ ਹੋ, ਇੰਡੀਅਨ ਗਵਰਨਮੈਂਟ ਦਾ ਜਿਹੜਾ ਕਿੰਨਾ ਕੁ ਯੋਗਦਾਨ ਰਿਹਾ? ਕਿਉਂਕਿ ਕਈ ਸਟੂਡੈਂਟਸ ਦੀਆਂ ਵੀਡੀਓਜ਼ ਐਸੀਆਂ ਵੀ ਦੇਖਣ ਨੂੰ ਮਿਲੀਆਂ ਨੇ ਜਿਸ ਦੇ ਵਿੱਚ ਸਟੂਡੈਂਟਸ ਕਹਿ ਰਹੇ ਨੇ ਕਿ ਇੰਡੀਅਨ ਗਵਰਨਮੈਂਟ ਹੈ ਜਿਹੜੀ ਹੈਲਪ ਤਾਂ ਕਰ ਰਹੀ ਹੈ, ਪਰ ਉਹ ਹੈਲਪ ਸਾਡੇ ਤੱਕ ਨਹੀਂ ਪਹੁੰਚ ਰਹੀ। ਹਾਂਜੀ, ਦੇਖੋ, ਜਦ ਅਸੀਂ ਸਟੇਸ਼ਨ 'ਤੇ ਪਹੁੰਚੇ ਆ ਨਾ, ਸਾਨੂੰ ਕੀ ਕਿਹਾ ਗਿਆ ਸੀਗਾ, ਅਸੀਂ ਕਿਉਂ ਆਪਣੇ ਉੱਥੋਂ ਹੋਸਟਲ 'ਚੋਂ ਨਿਕਲੇ ਹਾਂ, ਕਿਹੜੀ ਉਮੀਦ ਸਾਨੂੰ ਜਗਾ ਕੇ ਉੱਥੋਂ ਲੈ ਕੇ ਗਈ ਹੈ, ਉਹ ਇਹ ਸੀ ਕਿ ਸਾਡੇ ਵਾਸਤੇ ਇਵੈਕੂਏਸ਼ਨ ਟ੍ਰੇਨਸ ਚੱਲੀਆਂ, ਇਸ ਲਈ ਅਸੀਂ ਆਪਣੇ ਹੋਸਟਲ ਛੱਡ ਕੇ ਰੇਲਵੇ ਸਟੇਸ਼ਨ ਵੱਲ ਮੂਵ ਕੀਤੇ ਸੀ, ਵਰਨਾ ਅਸੀਂ ਮੂਵ ਹੀ ਨਹੀਂ ਕਰਨਾ ਸੀ। ਅਤੇ ਜਦ ਆਪਾਂ ਉੱਥੇ ਜਾ ਕੇ ਦੇਖਿਆ, ਇਹੋ ਜਿਹਾ ਕੋਈ ਵੀ ਮਤਲਬ ਅਰੇਂਜਮੈਂਟ ਨਹੀਂ ਸੀਗਾ ਕਿ ਇਵੈਕੂਏਸ਼ਨ ਟ੍ਰੇਨ ਸਾਨੂੰ ਇਹੋ ਜਿਹੀ ਕੋਈ ਵੀ ਨਹੀਂ ਦਿਖੀ, ਕਿਉਂਕਿ ਉੱਥੇ ਸਿਰਫ ਯੂਕਰੇਨੀਅਨਸ ਨੂੰ ਅਲਾਊਡ ਕਰ ਰਹੇ ਸੀਗੇ, ਯੂਕਰੇਨੀਅਨਸ ਨੂੰ ਹੀ ਜਾਣ ਦੇ ਰਹੇ ਸੀ, ਇਸ ਲਈ ਉੱਥੇ ਕੋਈ ਇਵੈਕੂਏਸ਼ਨ ਟ੍ਰੇਨ ਨਹੀਂ ਸੀ। ਯਾਨੀ ਇੰਡੀਅਨ ਗਵਰਨਮੈਂਟ ਦੀ ਹੈਲਪ ਕਿੰਨੀ ਕੁ ਹੈ ਜਿਹੜੀ ਮਿਲੀ ਹੈ, ਰਿਹਾ ਉਹਨਾਂ ਦਾ ਯੋਗਦਾਨ ਉੱਥੇ ਮਦਦ ਕਰਨ ਦੇ ਵਿੱਚ? ਯੂਕਰੇਨ ਦੇ ਵਿੱਚ ਜੀ ਬਹੁਤ ਘੱਟ, ਕਿਉਂਕਿ ਉੱਥੇ ਉਹਨਾਂ ਨੇ ਪ੍ਰੈਸ਼ਰ ਬਣਾਇਆ ਹੋਇਆ ਸੀ ਯੂਕਰੇਨ ਗਵਰਨਮੈਂਟ 'ਤੇ ਕਿ ਬੱਚਿਆਂ ਵਾਸਤੇ, ਸਾਡੇ ਬੱਚਿਆਂ ਵਾਸਤੇ ਟ੍ਰੇਨ ਚਲਾਈ ਜਾਵੇ, ਉਹਨਾਂ ਨੂੰ ਇਵੈਕੂਏਟ ਕੀਤਾ ਜਾਵੇ। ਉਹਨਾਂ ਨੇ ਪੂਰਾ ਯੋਗਦਾਨ, ਇੰਡੀਅਨ ਗਵਰਨਮੈਂਟ ਨੇ ਪੂਰਾ ਮਤਲਬ ਪ੍ਰੈਸ਼ਰ ਇੱਕ ਤਰ੍ਹਾਂ ਕ੍ਰੀਏਟ ਕੀਤਾ ਸੀ, ਪਰ ਜਿੱਦਾਂ ਕਿ ਵੌਰ ਦੀ ਸਿਚੁਏਸ਼ਨ ਸੀ, ਉਹਨਾਂ ਨੇ ਆਪਣੇ ਬੰਦਿਆਂ ਨੂੰ ਪਹਿਲਾਂ ਪ੍ਰੋਟੈਕਸ਼ਨ ਦੇਣ ਦੀ ਕੋਸ਼ਿਸ਼ ਕੀਤੀ ਐਜ਼ ਕੰਪੇਅਰ ਟੂ ਫੋਰਨਰਸ। ਤਾਂ ਅੰਦਰ ਮੈਂ ਕਹਿ ਸਕਦਾ ਗਵਰਨਮੈਂਟ ਦੀ ਇੰਨੀ ਨਹੀਂ ਚੱਲ ਰਹੀ ਸੀ, ਇੰਡੀਅਨ ਗਵਰਨਮੈਂਟ ਦੀ, ਬਟ ਜਿੱਦਾਂ ਅਸੀਂ ਬਾਰਡਰ ਕ੍ਰੋਸ ਕੀਤਾ ਹੈ ਤਾਂ ਉਹਨਾਂ ਦੀ ਇੱਕ ਅੱਛੀ ਛਵੀ ਦਿਖੀ ਹੈ ਸਾਨੂੰ ਕਿ ਉਹਨਾਂ ਨੇ ਸਾਡੀ ਪੂਰੀ ਹੈਲਪ ਕੀਤੀ ਹੈ। ਬਹੁਤ ਵਧੀਆ ਹੋਟਲ ਦੇ ਵਿੱਚ ਉਹਨਾਂ ਨੇ ਸਾਡਾ ਸਟੇ ਕਰਾਇਆ, ਬਹੁਤ ਵਧੀਆ ਉਹਨਾਂ ਨੇ ਸਾਨੂੰ ਖਾਣਾ, ਜੋ ਕਿ ਇੱਦਾਂ ਐਕਸਪੈਕਟਿਡ ਨਹੀਂ ਸੀ, ਇੱਦਾਂ ਦਾ ਖਾਣਾ ਸਾਨੂੰ ਖਿਲਾਇਆ ਅਤੇ ਬਹੁਤ ਵਧੀਆ। ਉਸ ਤੋਂ ਬਾਅਦ ਅਰੇਂਜਮੈਂਟ ਸੀ ਉਹਨਾਂ ਦੇ ਬੱਸਿਸ ਦੀ ਅਰੇਂਜਮੈਂਟ, ਜਿੱਦਾਂ ਕਿ ਉੱਥੋਂ ਦੀ ਪੋਲੈਂਡ ਦੇ ਜਿੱਥੇ ਅਸੀਂ ਰਹਿ ਰਹੇ ਸੀ ਉੱਥੋਂ ਏਅਰਪੋਰਟ ਦਾ ਅਰੇਂਜਮੈਂਟ ਬੱਸਿਸ ਦਾ ਬਹੁਤ ਵਧੀਆ ਢੰਗ ਨਾਲ ਸਾਨੂੰ ਟਰੀਟ ਕੀਤਾ ਗਿਆ। ਫਿਰ ਉਸ ਤੋਂ ਬਾਅਦ ਅੱਗੇ ਹਾਲੇ ਵੀ ਸ਼ੁਭਮ ਕੁਝ ਸਟੂਡੈਂਟਸ ਨੇ ਜੋ ਉੱਥੇ ਰਹਿ ਰਹੇ ਨੇ, ਜੋ ਹਜੇ ਵੀ ਜਿਨ੍ਹਾਂ ਦੀ ਜ਼ਿੰਦਗੀ ਜਾਨ ਵਿੱਚ ਅਟਕੀ ਹੋਈ ਹੈ ਕਿ ਅਸੀਂ ਆਪਣੇ ਘਰ ਜਾਵਾਂਗੇ ਨਹੀਂ ਜਾਵਾਂਗੇ, ਉਹਨਾਂ 'ਚੋਂ ਕੁਝ ਤੁਹਾਡੇ ਦੋਸਤ ਵੀ ਹੋਣਗੇ, ਉਹਨਾਂ ਲਈ
ਕੁਝ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਜੇ ਤੁਸੀਂ ਉੱਥੇ ਇਹ ਸੋਚ ਰਹੇ ਹੋ ਕਿ ਤੁਹਾਨੂੰ ਉੱਥੋਂ ਦੀ, ਜਿੱਥੇ ਤੁਸੀਂ ਫਸੇ ਹੋਏ ਹੋ, ਉੱਥੋਂ ਦੀ ਕੋਈ ਲੈਣ ਆਊਗਾ ਤਾਂ ਮੁਸ਼ਕਿਲ ਹੈ, ਤਾਂ ਉੱਥੋਂ ਨਿਕਲਣਾ ਵੀ ਬਹੁਤ ਮੁਸ਼ਕਿਲ ਹੈ। ਤੁਸੀਂ ਖੁਦ ਸਟਰਗਲ ਕਰਕੇ, ਜਿੱਦਾਂ ਅਸੀਂ ਖੁਦ ਸਟਰਗਲ ਕਰਕੇ, ਜਿੱਦਾਂ ਮੈਂ ਆਪਣਾ ਜਿੰਨਾ ਵੀ ਸ਼੍ਰੇ ਜਿਹੜਾ ਮੈਂ ਆਪਣੇ ਸੀਨੀਅਰਸ ਨੂੰ ਦੇਣਾ ਚਾਹੂੰਗਾ। ਉਹਨਾਂ ਨੇ ਹਿੰਮਤ ਕਰਕੇ ਸਾਨੂੰ ਉੱਥੋਂ ਦੀ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਕਿ ਹੁਣ ਜਿਹੜੇ ਬੱਚੇ ਉੱਥੇ ਫਸੇ ਹੋਏ ਨੇ, ਅਗਰ ਉਹ ਸਟਰਗਲ ਕਰਕੇ ਕਿਸੇ ਦੀ ਹੈਲਪ ਲੈ ਕੇ, ਜਿੱਦਾਂ ਅਗਰ ਕੋਈ ਹੋਰ ਜਾ ਰਿਹਾ ਉੱਥੋਂ ਦੀ, ਜਿੱਦਾਂ ਖਾਰਕਿਵ ਦੀ ਗੱਲ ਕਰੀਏ, ਜੇ ਕੋਈ ਹੋਰ ਉਹਨਾਂ ਤੋਂ ਵੱਡਾ ਸਮਝਦਾਰ ਕੋਈ ਨਿਕਲ ਰਿਹਾ, ਅਗਰ ਉਹ ਸੋਚਦੇ ਕਿ ਇਹਦੇ ਨਾਲ ਜਾਣਾ ਸੇਫ ਨਹੀਂ ਹੈ, ਤਾਂ ਉੱਥੇ ਰਹਿਣਾ ਵੀ ਸੇਫ ਨਹੀਂ ਹੈ ਮੈਮ, ਬੋਮ ਉੱਥੇ ਵੀ ਗਿਰ ਸਕਦਾ ਹੈ। ਤਾਂ ਤੁਸੀਂ ਇੰਨਾ ਚੰਗਾ ਨਿਕਲਣ ਦੀ ਕੋਸ਼ਿਸ਼ ਕਰੋ, ਕਿਸੇ ਵੀ ਤਰੀਕੇ ਸਟਰਗਲ ਕਰਕੇ ਨਿਕਲਣ ਦੀ, ਸਟੇਸ਼ਨ ਤੱਕ ਦੀ ਪਹੁੰਚਣ ਦੀ ਕੋਸ਼ਿਸ਼ ਕਰੋ। ਸਟੇਸ਼ਨ ਤੋਂ ਟ੍ਰੇਨ ਪਕੜਨ ਦੀ ਕੋਸ਼ਿਸ਼ ਕਰੋ, ਉਹ ਵੀ ਸਟਰਗਲ ਹੈ। ਟ੍ਰੇਨ 'ਚ ਵੀ ਅਸੀਂ, ਜਿੱਦਾਂ ਮੇਰੇ ਨਾਲ ਹੋਇਆ, ਅਸੀਂ ਟ੍ਰੇਨ ਵੀ ਧੱਕੇ ਨਾਲ ਹੀ ਚੜ੍ਹ ਕੇ ਆਏ ਹਾਂ, ਕਿਉਂਕਿ ਅਲਾਊਡ ਨਹੀਂ ਕੀਤਾ ਜਾ ਰਿਹਾ ਸੀ। 9.5 ਘੰਟੇ ਖੜ੍ਹ ਕੇ ਆਏ ਹਾਂ ਟ੍ਰੇਨ ਦੇ ਵਿੱਚ, ਕੀਵ ਤੋਂ ਲਵੀਵ। ਸੋ ਗੱਲਬਾਤ ਕੀਤੀ ਹੈ ਸ਼ੁਭਮ ਦੇ ਨਾਲ, ਜਿਸਨੇ ਆਪਣੀ ਆਪ ਬੀਤੀ ਜੋ ਉੱਥੇ ਫੇਸ ਕੀਤਾ ਹੈ, ਮਹਿਸੂਸ ਕੀਤਾ ਹੈ, ਉਹ ਸਭ ਕੁਝ ਸੁਣਾਇਆ ਸੀ। ਤਾਂ ਹੁਣ ਗੱਲਬਾਤ ਹੈ ਜੋ ਇਹਦੇ ਮਾਤਾ ਪਿਤਾ ਦੇ ਨਾਲ ਵੀ ਕਰਦੇ ਹਾਂ ਕਿ ਇੰਨਾ ਔਖਾ ਸਮਾਂ ਹੈ ਜੋ ਪੇਰੈਂਟਸ ਨੇ, ਜਦੋਂ ਬੱਚਾ ਇੰਨੀ ਮੁਸ਼ਕਿਲ ਦੇ ਵਿੱਚ ਸੀ ਤਾਂ ਉਸ ਵੇਲੇ ਪੇਰੈਂਟਸ ਦਾ ਕੀ ਹਾਲ ਸੀਗਾ, ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਸ਼ੁਭਮ ਦੇ ਪੇਰੈਂਟਸ ਜੋ ਕਿ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਵੀ ਜਾਣਦੇ ਹਾਂ। ਤੇ ਸਭ ਤੋਂ ਪਹਿਲਾਂ ਮੰਮੀ ਨਾਲ ਗੱਲ ਕਰਦੇ ਹਾਂ। ਇੱਕ ਮਾਂ ਦੇ ਲਈ ਬਹੁਤ ਔਖਾ ਸਮਾਂ ਸੀ ਕਿ ਪੁੱਤ ਮੁਸ਼ਕਿਲ ਦੇ ਵਿੱਚ ਹੈ, ਬਹੁਤ ਕਿੱਦਾਂ ਰਿਹਾ ਉਹ ਸਮਾਂ ਤੁਹਾਡੇ ਲਈ? ਬਹੁਤ ਮੁਸ਼ਕਿਲ ਸੀਗਾ, ਰੋ ਰੋ ਕੇ ਦਿਨ ਬਹੁਤ ਮੁਸ਼ਕਿਲ ਸੀਗਾ ਉਹ ਟਾਈਮ, ਕਦੇ ਨਹੀਂ ਭੁੱਲਣਾ ਜ਼ਿੰਦਗੀ 'ਚ। ਗੱਲ ਹੁੰਦੀ ਸੀ ਜਦੋਂ ਫੋਨ ਤੇ? ਹਾਂਜੀ, ਗੱਲ ਹੁੰਦੀ ਸੀ, ਉਦੋਂ ਤਸੱਲੀ ਆ ਜਾਂਦੀ ਸੀ ਵੀ ਠੀਕ ਹੈ। ਜਦੋਂ ਖਬਰਾਂ ਦੇਖਦੇ ਸੀ ਵੀ ਆਹ ਹਾਲਾਤ, ਉੱਥੇ ਬਹੁਤ ਡਰ ਲੱਗਦਾ ਸੀਗਾ ਵੀ ਬੱਚਾ ਸਹੀ ਸਲਾਮਤ ਆ ਜਾਵੇ, ਬਸ ਸਾਰਿਆਂ ਦੇ ਬੱਚੇ ਆਣ, ਅਸੀਂ ਯਾਰ। ਤੇ ਹੁਣ ਜਦੋਂ ਆ ਗਿਆ ਏ, ਖੁਸ਼ ਹੈ ਹੁਣ ਬਹੁਤ। ਫੋਨ ਤੇ ਗੱਲ ਹੁੰਦੀ ਸੀ, ਇੱਕ ਮਾਂ ਨੂੰ ਹੁੰਦਾ ਹੈ ਨਾ, ਬੱਚਾ ਭੁੱਖਾ ਹੈ, ਰੋਟੀ ਖਾਧੀ ਨਹੀਂ ਖਾਧੀ। ਹਾਂਜੀ, ਅਸੀਂ ਇਹੀ ਦੇਖਦੇ ਸੀ, ਕਹਿੰਦੇ ਸੀ ਕਿ ਦਿਖਾ ਰੋਟੀ ਖਾਧੀ। ਕਈ ਵਾਰ ਝੂਠ ਬੋਲਦੇ ਨੇ ਨਾ, ਮੰਮੀ ਮੈਂ ਨਾ ਖਾ ਲਈ ਰੋਟੀ, ਅਸੀਂ ਕਿਹਾ ਦਿਖਾ ਪਹਿਲਾਂ ਤੂੰ ਸਾਨੂੰ, ਤਾਂ ਸਾਨੂੰ ਯਕੀਨ ਆਉਣਾ, ਤਾਂ ਅਸੀਂ ਖਾਣੀ, ਨਹੀਂ ਤਾਂ ਸਾਡਾ ਦਿਲ ਹੀ ਨਹੀਂ ਸੀ ਕਰਦਾ ਖਾਣ ਨੂੰ। ਜਦੋਂ ਦੇ ਇਹਨਾਂ ਦੇ ਹਾਲਾਤ ਦੇਖੇ ਨਾ, ਅਸੀਂ ਰੋਟੀ ਖਾਣ ਨਹੀਂ ਖਾਧੀ, ਰਾਤ ਨੂੰ ਸੁੱਤੇ ਉਹ ਜਾ ਕੇ ਬੈਠ ਕੇ ਕੱਟੀਆਂ ਰਾਤਾਂ ਇੰਨੀਆਂ। 8 ਦਿਨ ਦਾ ਸਮਾਂ ਸੀ, ਪਰਿਵਾਰਕ ਮੈਂਬਰਾਂ ਦੇ ਲਈ ਬਹੁਤ ਔਖਾ ਸੀ, ਬਹੁਤ ਮੁਸ਼ਕਿਲ ਸੀਗਾ, ਬਹੁਤ ਜ਼ਿਆਦਾ, ਕਦੇ ਨਹੀਂ ਭੁੱਲੇਗਾ। ਤੇ ਹੁਣ ਜਿਹੜੇ ਬੱਚੇ ਹਜੇ ਵੀ ਉੱਥੇ ਫਸੇ ਹੋਏ ਨੇ, ਅਸੀਂ ਇਹੀ ਕਹਿੰਦੇ ਹਾਂ ਬਸ ਸਹੀ ਸਲਾਮਤ ਆਪਣੇ ਘਰ ਆਉਣ, ਬਸ ਠੀਕ ਠਾਕ ਆਉਣ ਬੱਚੇ ਸਾਰਿਆਂ ਦੇ। ਫੋਨ ਤੇ ਜਦੋਂ ਅਕਸਰ ਗੱਲ ਹੁੰਦੀ ਸੀ ਤੁਹਾਡੀ ਸ਼ੁਭਮ ਨਾਲ, ਸਭ ਤੋਂ ਜ਼ਿਆਦਾ ਤੁਸੀਂ ਉਹਨੂੰ ਕੀ ਕਹਿੰਦੇ ਸੀਗੇ? ਇੱਕ ਮਾਂ ਨੂੰ ਆਪਣੇ ਬੱਚਿਆਂ ਨਾਲ ਬਹੁਤ ਜ਼ਿਆਦਾ ਲਾਡ ਹੁੰਦਾ ਹੈ ਨਾ। ਬਸ ਅਸੀਂ ਇਹੀ ਕਹਿੰਦੇ ਸੀ ਵੀ ਤੂੰ ਹਾਰਨਾ, ਮੁਸ਼ਕਿਲ 'ਚ ਨਾ ਘਬਰਾਉਣਾ ਨਹੀਂ ਹੈ ਬਸ। ਫਿਰ ਇੱਥੇ ਤੁਸੀਂ ਹੌਸਲਾ ਰੱਖੀ ਬੈਠੇ ਸੀ? ਹਾਂਜੀ ਹਾਂਜੀ ਹਾਂਜੀ, ਇਹਨੂੰ ਹੌਸਲਾ ਦਿੰਦੇ ਸੀ, ਇਹਦੇ ਸਾਹਮਣੇ ਨਹੀਂ ਸੀ ਅਸੀਂ ਰੋਏ, ਪਿੱਛੋਂ ਅੱਗੇ ਪਿੱਛੋਂ ਜਿੱਦਾਂ ਮਰਜ਼ੀ ਅਸੀਂ ਮੁਸ਼ਕਿਲ ਨਾਲ ਵੀ ਇੱਦਾਂ ਕੱਟਿਆ ਟਾਈਮ, ਇਹਦੇ ਸਾਹਮਣੇ ਨਹੀਂ ਅਸੀਂ ਰੋ ਕੇ ਦਿਖਾਇਆ ਇਹਨੂੰ। ਇਹਨੂੰ ਇਹੀ ਕਿਹਾ ਵੀ ਤੂੰ ਡਰਨਾ ਨਹੀਂ ਹੈ ਨਾ, ਘਬਰਾਉਣਾ ਤੂੰ ਕਿਸੇ ਵੀ ਗੱਲ ਤੋਂ, ਬਸ ਕੋਈ ਨਹੀਂ, ਆਪੇ ਹੱਲ ਹੋਊਗਾ ਕਿਸੇ ਤਰੀਕੇ, ਭਗਵਾਨ ਤੇਰੇ ਸਾਥ ਹੈ। ਕਿੱਦਾਂ ਦਾ ਸਮਾਂ ਰਿਹਾ ਅੰਕਲ ਜੀ? ਜਵਾਨ ਪੁੱਤ ਹੈ ਜਿਹੜਾ ਪ੍ਰਦੇਸਾਂ ਦੇ ਵਿੱਚ ਸੀਗਾ, ਮੁਸ਼ਕਿਲ ਹਾਲਾਤਾਂ ਦੇ ਵਿੱਚ ਸੀਗਾ। ਬਹੁਤ ਮੁਸ਼ਕਿਲ ਹਾਲਾਤ ਸੀ ਔਰ ਬੜੀ ਟੈਨਸ਼ਨ ਵਾਲੀ ਪੋਜੀਸ਼ਨ ਸੀ। ਪਰਮਾਤਮਾ ਐਸੀ ਟੈਨਸ਼ਨ ਵਾਲੀ ਪੋਜੀਸ਼ਨ 'ਚ ਕਿਸੇ ਵੀ ਸੱਤ ਬਗਾਨੇ ਦੁਸ਼ਮਣ ਨੂੰ ਵੀ ਨਾ ਪਾਵੇ। ਬੰਕਰਾਂ ਦੇ ਵਿੱਚ ਜਦੋਂ ਛੁਪਿਆ ਆਇਆ ਹੁੰਦਾ ਸੀਗਾ, ਗੱਲ ਹੁੰਦੀ ਸੀ ਉਦੋਂ ਤੁਹਾਡੀ? ਬਿਲਕੁਲ ਗੱਲ ਹੁੰਦੀ ਸੀ। ਇਹਨੂੰ ਅਸੀਂ ਹੌਸਲਾ ਦਿੰਦੇ ਸੀ, ਬੇਟਾ ਡਰਨਾ ਨਹੀਂ, ਘਬਰਾਉਣਾ ਨਹੀਂ। ਅਸੀਂ ਖੁਦ ਜਿੰਨੀ ਮਰਜ਼ੀ ਟੈਨਸ਼ਨ ਸੀ, ਲੇਕਿਨ ਇਸ ਨੂੰ ਇਹਦਾ ਟੈਂਪਰਾਮੈਂਟ ਅਸੀਂ ਬਣਾ ਕੇ ਰੱਖਣਾ ਚਾਹੁੰਦੇ ਸੀ ਵੀ ਬੇਟਾ ਘਬਰਾਉਣਾ ਨਹੀਂ, ਕਿਸੇ ਵੀ ਪੋਜੀਸ਼ਨ, ਹਰ ਸਥਿਤੀ ਵਾਸਤੇ ਤੂੰ ਤਿਆਰ ਰਹਿਣਾ। ਕਿੰਨੀ ਕੁ ਵਾਰੀ ਫੋਨ ਕਰ ਲੈਂਦੇ ਸੀਗੇ ਦਿਨ ਦੇ? ਅਸੀਂ ਦਿਨ ਦੇ ਵਿੱਚ 3-3 4-4 ਵਾਰੀ ਫੋਨ ਕਰਦੇ ਸੀ। ਜਦੋਂ ਟੀਵੀ ਤੇ ਕੋਈ ਗਲਤ ਨਿਊਜ਼ ਦੇਖਣੀ, ਕੋਈ ਟੈਨਸ਼ਨ ਵਾਲੀ ਨਿਊਜ਼ ਦੇਖਣੀ, ਉਸੇ ਵੇਲੇ ਬੇਟੇ ਨੂੰ ਫੋਨ ਕਰਨਾ, ਬੇਟਾ ਤੂੰ ਠੀਕ ਹੈ? ਇਹਨੇ ਕਹਿਣਾ ਹਾਂ ਪਾਪਾ ਮੈਂ ਠੀਕ ਹੈ। ਆਂਟੀ ਉਦੋਂ ਕੀ ਹਾਲ ਹੁੰਦਾ ਸੀ ਜਦੋਂ ਟੀਵੀ ਤੇ ਕੋਈ ਨਿਊਜ਼ ਦੇਖਦੇ ਸੀਗੇ ਕਿ ਉੱਥੇ ਆ ਹੋ ਗਿਆ ਜਾਂ ਇੱਥੇ ਧਮਾਕਾ ਹੋ ਗਿਆ, ਉਸ ਵੇਲੇ ਕੀ ਹੁੰਦਾ ਸੀਗਾ ਤੁਹਾਡਾ ਹਾਲ? ਬਸ ਆਈ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ। ਫਿਰ ਫੋਨ ਮਿਲਾਉਣਾ, ਇਹਨੂੰ ਪੁੱਛਣਾ ਵੀ ਠੀਕ ਹੈ? ਹਾਂ ਮੰਮਾ ਮੈਂ ਠੀਕ ਹੈ, ਅਸੀਂ ਸੇਫ ਹਾਂ, ਥੋੜ੍ਹਾ ਜਿਹਾ ਇੱਕ ਅਲੱਗ ਜਿਹਾ ਇਲਾਕਾ ਹੈਗਾ ਉੱਥੇ ਹੈਗੇ ਆ, ਪਰ ਅਸੀਂ ਸੇਫ ਹਾਂ ਇੱਥੇ। ਜਿੰਨੀ ਵਾਰ ਵੀ ਤੁਸੀਂ ਫੋਨ ਕਰਦੇ ਸੀ ਗੱਲ ਹੋ ਜਾਂਦੀ ਸੀਗੀ ਆਰਾਮ ਨਾਲ? ਹਾਂਜੀ ਹਾਂਜੀ, ਗੱਲ ਹੋ ਜਾਂਦੀ ਸੀ। ਜਦੋਂ ਰਾਤੀ 7:30 ਵਜੇ ਦਰਵਾਜ਼ਾ ਖੋਲ੍ਹਿਆ, ਅੰਦਰ ਆਇਆ, ਉਸ ਵੇਲੇ ਕੀ ਹਾਲ ਸੀਗਾ ਤੁਹਾਡਾ? ਉਸ ਵੇਲੇ ਕਿੱਦਾਂ ਦੀ ਖੁਸ਼ੀ ਮਹਿਸੂਸ ਹੋਈ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਗਲੇ ਲਾਇਆ ਫਿਰ? ਹਾਂਜੀ ਹਾਂਜੀ। ਜ਼ਰੂਰ ਰੋਏ ਹੋਵੋਗੇ? ਹਾਂਜੀ। ਇੱਕ
ਇੱਕ ਮਾਂ ਦੀਆਂ ਅੱਖਾਂ ਹਾਲੇ ਵੀ ਭਰੀਆਂ ਹੋਈਆਂ ਨੇ। ਪੁੱਤ ਪਰਦੇਸੋਂ ਐਡੇ ਮੁਸ਼ਕਿਲ ਹਾਲਾਤਾਂ ਦੇ ਵਿੱਚੋਂ ਵਾਪਸ ਆਇਆ ਹੈ। ਮਾਪੇ ਨੇ ਜਿਹੜੇ ਦੁੱਖ ਦੇ ਵਿੱਚ ਇੱਥੇ ਸੀਗੇ। ਪਤਾ ਨਹੀਂ ਕਿੰਨੇ ਕੁ ਹੋਰ ਅਜਿਹੇ ਮਾਪੇ ਨੇ ਜੋ ਆਪਣੇ ਬੱਚਿਆਂ ਦੇ ਲਈ ਹਾਲੇ ਵੀ ਅਰਦਾਸ ਕਰ ਰਹੇ ਨੇ, ਜਿਨ੍ਹਾਂ ਦੇ ਬੱਚੇ ਯੂਕਰੇਨ ਦੇ ਵਿੱਚ ਇਸ ਮੁਸ਼ਕਿਲ ਦੌਰ ਦੇ ਵਿੱਚ ਫਸੇ ਹੋਏ ਨੇ ਤੇ ਭਾਰਤ ਹਾਲੇ ਨਹੀਂ ਪਹੁੰਚ ਸਕੇ ਨੇ। ਪਰ ਹਾਲੇ ਵੀ ਬਹੁਤ ਬੱਚੇ ਨੇ ਜੋ ਇੰਡੀਅਨ ਗਵਰਨਮੈਂਟ ਹੈ ਜਿਹੜੀ ਉਹਨਾਂ ਦੀ ਬਦੌਲਤ ਭਾਰਤ ਤੇ ਜਿਹੜੇ ਪਹੁੰਚ ਰਹੇ ਨੇ, ਆਪਣੇ ਪਰਿਵਾਰਕ ਮੈਂਬਰਾਂ ਦੇ ਕੋਲ ਪਹੁੰਚ ਰਹੇ ਨੇ। ਪਰਿਵਾਰ ਦੇ ਵਿੱਚ ਪਹੁੰਚਣ ਤੋਂ ਬਾਅਦ ਪਰਿਵਾਰ ਨੇ ਜਿਹੜੇ ਹੁਣ ਉਹਨਾਂ ਨੇ ਸੁੱਖ ਦਾ ਸਾਹ ਲਿਆ ਕਿ ਉਹਨਾਂ ਦਾ ਬੱਚਾ ਹੈ ਜੋ ਸਹੀ ਸਲਾਮਤ ਉਹਨਾਂ ਦੇ ਕੋਲ ਵਾਪਸ ਪਰਤ ਆਇਆ। ਕਿਉਂਕਿ ਪਿੱਛੇ ਤਾਂ ਜਦੋਂ ਬੱਚਾ ਉਹਨਾਂ ਦਾ ਉੱਥੇ ਸੀ, ਹਾਲਾਤਾਂ ਨੂੰ ਦੇਖ ਕੇ ਮਾਂ ਪਿਓ ਨੇ ਜਿਹੜੇ ਉਹ ਵੀ ਡਰੇ ਹੋਏ ਸੀ, ਸਹਿਮੇ ਹੋਏ ਸੀ। ਸੋ ਲੁਧਿਆਣਾ ਤੋਂ ਮਹਿਲਾ ਕਾਂਗਰਸ ਦੀ ਪ੍ਰਧਾਨ ਮਨੀਸ਼ਾ ਕਪੂਰ ਜੀ ਪਹੁੰਚੇ ਨੇ ਸ਼ੁਭਮ ਨੂੰ ਮਿਲਣ ਦੇ ਲਈ। ਬੁੱਕੇ ਦਿੱਤਾ ਹੈ ਉਹਨਾਂ ਨੂੰ। ਭਾਰਤ ਦਾ ਬੱਚਾ, ਪੰਜਾਬ ਦਾ ਬੱਚਾ, ਲੁਧਿਆਣੇ ਦਾ ਬੱਚਾ ਘਰ ਪਹੁੰਚਿਆ ਵਾਪਸ। ਕੀ ਕਹਿਣਾ ਚਾਹੋਗੇ? ਮੈਂ ਵੀ ਇੱਕ ਮਾਂ, ਮੇਰਾ ਵੀ ਜਿਗਰ ਹੈ। ਜਦੋਂ ਇੱਕ ਮਾਂ ਟੁੱਟਦੀ ਹੈ, ਜਦੋਂ ਇੱਕ ਬੱਚੇ ਨੂੰ ਕੁਝ ਹੁੰਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ। ਸੋ ਉਸ ਤਕਲੀਫ ਨੂੰ ਮੈਂ ਸਮਝਦੀ ਹਾਂ। ਔਰ ਜਿੱਦਾਂ ਹੀ ਖਾਸ ਕਰਕੇ ਹੈਬੋਵਾਲ ਦੇ ਵਿੱਚ ਜਿਵੇਂ ਮੇਰਾ ਘਰ ਹੈ ਤੇ ਮੇਰਾ ਫਰਜ਼ ਵੀ ਬਣਦਾ ਸੀ, ਮੇਰੀ ਡਿਊਟੀ ਵੀ ਸੀ ਔਰ ਇੱਕ ਮਾਂ ਵੀ ਹਾਂ ਮੈਂ, ਤੇ ਮੇਰਾ ਫਰਜ਼ ਸੀਗਾ ਕਿ ਮੈਂ ਆਪਣੇ ਬੱਚੇ ਨੂੰ ਮਿਲਣ ਆਵਾਂ। ਕੀ ਕਹਿਣਾ ਚਾਹੋਗੇ? ਹੋਰ ਹਜੇ ਵੀ ਉੱਥੇ ਬਹੁਤ ਸਾਰੇ ਵਿਦਿਆਰਥੀ ਨੇ ਉੱਥੇ ਫਸੇ ਹੋਏ ਨੇ ਜੋ ਆਪਣੇ ਘਰ ਆਉਣ ਲਈ ਤਰਸ ਰਹੇ ਨੇ। ਮੈਂ ਹਮੇਸ਼ਾ ਰੱਬ ਦੇ ਅੱਗੇ, ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰ ਰਹੀ ਹਾਂ ਕਿ ਰਾਜਨੀਤੀ ਨੂੰ ਆਪਾਂ ਸਾਈਡ 'ਤੇ ਰੱਖ ਕੇ ਆਪਣੇ ਸਾਰੇ ਬੱਚਿਆਂ ਦਾ ਸੋਚ ਕੇ ਇਹੀ ਸੋਚੇ ਆ ਕਿ ਬੱਚੇ ਸਾਰੇ ਵਾਪਸ ਆਉਣ। ਕਿਉਂਕਿ ਰਾਜਨੀਤੀ ਹਰ ਟਾਈਮ ਨਹੀਂ ਹੁੰਦੀ। ਇਸ ਟਾਈਮ ਸਾਡਾ ਫਰਜ਼ ਹੈ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਘਰੇ ਲੈ ਕੇ ਆਈਏ ਔਰ ਸकुशल ਸਾਡੇ ਬੱਚੇ ਸਾਰੇ ਵਾਪਸ ਆਉਣ। ਔਰ ਮੈਂ ਤਾਂ ਇਹੀ ਅਰਦਾਸ ਕਰਾਂਗੀ ਕਿ ਉੱਥੇ ਵਾਰ ਹੋਏ ਹੀ ਨਾ, ਕਿਉਂਕਿ ਉੱਥੇ ਵੀ ਜਿਹੜਾ ਮਰ ਰਹੇ ਨੇ ਲੋਕ, ਇਨਸਾਨੀਅਤ ਮਰ ਰਹੀ ਹੈ। ਸੋ ਮੈਂ ਹੀ ਚਾਹਾਂਗੀ ਕਿ ਵਾਰ ਖਤਮ ਹੋ ਜਾਵੇ ਔਰ ਸੁੱਖ ਸ਼ਾਂਤੀ ਦਾ ਮਾਹੌਲ ਰਹੇ। ਸੋ ਬੀਜੇਪੀ ਦੇ ਪ੍ਰਧਾਨ ਪੁਸ਼ਪਿੰਦਰ ਸਿੰਗਲ ਜੀ ਇੱਥੇ ਸ਼ੁਭਮ ਨੂੰ ਮਿਲਣ ਦੇ ਲਈ ਪਹੁੰਚੇ ਨੇ। ਖਾਸ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ। ਭਾਰਤ ਦਾ ਬੱਚਾ, ਲੁਧਿਆਣੇ ਦਾ ਬੱਚਾ ਹੈ, ਸਹੀ ਸਲਾਮਤ ਆਪਣੇ ਘਰ ਵਾਪਸ ਪਹੁੰਚ ਗਿਆ ਹੈ। ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇੱਥੇ ਪਹੁੰਚੇ ਹਾਂ। ਮੇਰੇ ਨਾਲ ਸਾਡੇ ਪ੍ਰਦੇਸ਼ ਪ੍ਰਵਕਤਾ ਗੋਸ਼ਾ ਜੀ ਹੈ, ਮੇਰਾ ਉਪਾਧਿਆਕਸ਼ ਯਸ਼ਪਾਲ ਜਨੋਤਰਾ ਜੀ ਹੈ। ਔਰ ਮੋਦੀ ਜੀ ਜਦ ਜੰਗ ਸ਼ੁਰੂ ਹੋਈ ਜਾਂ ਹੋਣ ਦੇ ਆਸਾਰ ਸੀ, ਉਸੇ ਵੇਲੇ ਭਾਰਤ ਸਰਕਾਰ ਨੇ ਐਡਵਾਈਜ਼ਰੀਆਂ ਜਾਰੀ ਕੀਤੀਆਂ। ਉਹਦੇ 'ਚ ਕੁਝ ਬੱਚੇ ਨਿਕਲ ਕੇ ਆ ਗਏ, ਲੇਕਿਨ ਕੁਝ ਕਿਸੇ ਕਾਰਨਵਸ਼ ਉੱਥੇ ਰਹਿ ਗਏ। ਔਰ ਜਦੋਂ ਹਾਲਾਤ ਵਿਗੜਨ ਲੱਗੇ ਤਾਂ ਮੋਦੀ ਜੀ ਨੇ ਉਹਦੀ ਫਿਕਰ ਕੀਤੀ। ਜਿਹੜੀ ਉਹ ਗੱਲ ਕਰਦੇ ਆ, ਸਬਕਾ ਸਾਥ ਸਬਕਾ ਵਿਸ਼ਵਾਸ, ਸਭ ਦਾ ਵਿਕਾਸ ਵਾਲੀ ਗੱਲ ਕਰਦੇ, ਉਹ ਇੱਥੇ ਚਰਿਤਾਰਥ ਹੋਕਰ ਕੇ ਸਾਹਮਣੇ ਆਈ। ਔਰ ਪਿਛਲੇ ਕੱਲ੍ਹ ਦੇ ਵਿੱਚ ਮੇਰਾ ਖਿਆਲ ਮੋਰ ਦੈਨ 7000 ਬੱਚੇ ਉੱਥੋਂ ਅਸੀਂ ਕੱਢੇ ਹੈ। ਔਰ ਭਾਰਤ ਸਰਕਾਰ ਨੇ ਆਪਣੇ 4 ਮੰਤਰੀ ਭੇਜੇ ਹੈ 4 ਕੋਨਿਆਂ 'ਤੇ ਜਿੱਥੋਂ ਬੱਚੇ ਨਿਕਲ ਰਹੇ ਨੇ, ਔਰ ਰਿਸੀਵ ਕਰਕੇ ਆਪਣੇ ਮਿਲਟਰੀ ਦੇ 에ਅਰਫੋਰਸ ਦੇ ਹਵਾਈ ਜਹਾਜ਼ ਵੀ ਲਾਤੇ ਔਰ ਸਾਰੇ ਬੱਚੇ ਨਿਕਲ ਕੇ ਆ ਰਹੇ ਆ। ਮੈਂ ਨਹੀਂ ਸਮਝਦਾ ਵੀ ਇੱਕ ਅੱਧੇ ਦਿਨ ਦੇ ਵਿੱਚ ਸਾਰੇ ਬੱਚੇ ਉੱਥੋਂ ਐਕਟੀਵੇਟ ਹੋ ਜਾਣਗੇ ਔਰ ਹਿੰਦੁਸਤਾਨ 'ਚ ਆ ਜਾਣਗੇ। ਔਰ ਸਭ ਤੋਂ ਬੜੀ ਜਿਹੜੀ ਗੱਲ ਹੋਈ ਹੈ ਕਿ ਤਿਰੰਗੇ ਦੀ ਜਿਹੜੀ ਤਾਕਤ ਹੈ, ਸ਼ਾਇਦ ਵਿਸ਼ਵ ਨੂੰ ਉਹਦਾ ਅੱਜ ਅਹਿਸਾਸ ਹੋਇਆ। ਪਾਕਿਸਤਾਨ ਜਿਹੜਾ ਸਾਡਾ ਪੜੋਸੀ ਮੁਲਕ, ਉਹਦੇ ਬੱਚਿਆਂ ਨੇ ਵੀ ਅਗਰ ਨਿਕਲਣਾ ਤਾਂ ਤਿਰੰਗਾ ਕੰਧੇ 'ਤੇ ਰੱਖ ਕਰਕੇ ਤਾਂ ਉਹ ਨਿਕਲ ਰਹੇ ਔਰ ਫੌਜਾਂ ਉਹਨਾਂ ਨੂੰ ਸੇਫ ਪੈਸੇਜ ਦੇ ਰਹੀਆਂ। ਔਰ ਬੱਸਾਂ ਦੇ ਵਿੱਚ ਜਿਹੜੇ ਦੂਸਰੇ ਮੁਲਕਾਂ ਦੀਆਂ ਬੱਸਾਂ, ਉਹਨਾਂ ਨੇ ਵੀ ਆਪਣੇ ਬੱਸਾਂ ਦੇ ਮੂਹਰੇ ਤਿਰੰਗਾ ਝੰਡਾ ਲਾਤਾ ਤਾਂ ਕਿ ਤਿਰੰਗੇ ਕਰਕੇ ਹੀ ਅੱਜ ਉੱਥੋਂ ਸੇਫ ਪੈਸੇਜ ਮਿਲ ਰਿਹਾ। ਇੱਕ ਤਿਰੰਗੇ ਦਾ ਕੀ ਤਾਕਤ ਹੈ। ਮੋਦੀ ਜੀ ਦੇ ਰਹਿੰਦੇ, ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹਿੰਦੇ, ਅੱਜ ਸਾਨੂੰ ਵਿਸ਼ਵ ਨੂੰ ਨਜ਼ਰ ਆਈ। ਇਹਦੇ ਲਈ ਸਾਨੂੰ ਫਖਰ ਹੈ। ਲੇਕਿਨ ਸਾਡੇ ਬੱਚੇ ਉੱਥੋਂ ਠੀਕ ਠਾਕ ਨਿਕਲਣ, ਠੀਕ ਠਾਕ ਘਰਾਂ 'ਚ ਪਹੁੰਚ ਸਕਣ, ਠੀਕ ਠਾਕ ਮਾਂ-ਬਾਪ, ਜਦ ਤੱਕ ਬੱਚਾ ਘਰ ਨਹੀਂ ਪਹੁੰਚ ਜਾਂਦਾ ਨਾ, ਚਾਹੇ ਉਹ ਬੰਬੇ ਪਹੁੰਚ ਗਿਆ, ਚਾਹੇ ਉਹ ਦਿੱਲੀ ਪਹੁੰਚ ਗਿਆ, ਮਾਂ-ਬਾਪ ਦੀ ਜਾਨ 'ਤੇ ਬਣੀ ਰਹਿੰਦੀ ਹੈ। ਔਰ ਉਸ ਵਾਸਤੇ ਜਿੰਨੀ ਫਿਕਰ ਮਾਂ-ਬਾਪ ਕਰਦੇ ਹੈ, ਉਸ ਤੋਂ ਜ਼ਿਆਦਾ ਫਿਕਰ ਮੋਦੀ ਜੀ ਔਰ ਉਹਨਾਂ ਦੀ ਸਰਕਾਰ ਲੱਗੀ ਹੋਈ ਹੈ। ਮੋਦੀ ਜੀ ਕੱਲ੍ਹ ਜਿਹੜੇ ਬੱਚੇ ਆਏ ਉਹਨਾਂ ਨਾਲ ਬੈਠ ਕੇ ਉਹਨਾਂ ਨੇ ਗੱਲਬਾਤ ਵੀ ਕੀਤੀ ਹੈ। ਮੇਰੇ ਤੋਂ ਪਹਿਲਾਂ ਤੁਸੀਂ ਸ਼ੁਭਮ ਨਾਲ ਗੱਲਬਾਤ ਕੀਤੀ ਹੋਊਗੀ, ਇਹਨੇ ਦੱਸਿਆ ਹੋਊ ਭਾਰਤ ਸਰਕਾਰ ਦਾ ਕੀ ਇਹਦੇ ਸਿਸਟਮ ਰਿਹਾ। ਔਰ ਦੂਜੇ ਪਾਸੇ ਇੱਕ ਤਾਂ ਟੈਲੀਵਿਜ਼ਨ 'ਤੇ ਜਾਂ ਮੀਡੀਆ ਜਾ ਕਰਕੇ ਰੋਜ਼ ਕਾਂਗਰਸ ਦੇ ਕੁਝ ਲੋਕ, ਈਵਨ ਕਾਂਗਰਸ ਦੇ ਜਿਹੜਾ ਰਾਹੁਲ ਗਾਂਧੀ ਹੈ, ਕੁਛ ਨਾ ਕੁਝ ਬੋਲੀ ਜਾਂਦਾ। ਔਰ ਦੂਜੇ ਪਾਸੇ ਪੰਜਾਬ ਸਰਕਾਰ ਕਿਤੇ ਵੀ ਇਸ ਮਸਲੇ ਨੂੰ ਲੈ ਕੇ ਸੰਵੇਦਨਸ਼ੀਲ ਨਹੀਂ ਹੈ। ਕਿਤੇ ਵੀ ਉਹਨਾਂ ਦਾ ਕੋਈ ਲੀਡਰ ਨਜ਼ਰ ਨਹੀਂ ਆਉਂਦਾ ਬੱਚਿਆਂ ਨੂੰ ਐਕਟੀਵੇਟ ਕਰਾਉਣ ਵਾਸਤੇ, ਜਾਂ ਮਤਲਬ ਕਿਤੇ ਵੀ ਬੰਬੇ ਆ ਕਿਤੇ ਮਨੀਸ਼ ਤਿਵਾੜੀ ਜੀ ਦਾ ਵੀ ਟਵੀਟ ਹੈ ਜਿਹੜਾ ਸਾਹਮਣੇ ਆਉਂਦਾ, ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਚਰਨਜੀਤ ਸਿੰਘ ਚੰਨੀ ਕਿੱਥੇ ਨੇ, ਜੋ ਅਕਸਰ ਮਸਲੇ ਹੱਲ ਕਰਨ ਦੀ ਗੱਲ ਕਰਦੇ। ਹਾਂ, ਉਹ ਜਿਹੜੇ 3 ਨਾਮ ਉਹਨਾਂ ਨੇ ਲਿੱਤੇ, ਸਿੱਧੂ ਦਾ ਲਿੱਤਾ ਔਰ ਆਪਣੇ ਜਾਖੜ ਸਾਹਿਬ ਦਾ ਲਿੱਤਾ, ਇੱਕ ਚੰਨੀ ਜਿਹੜਾ ਕਹਿੰਦੇ ਚੰਨੀ ਕਰਦਾ ਮਸਲੇ ਹੱਲ, ਉਹਦਾ ਨਾਂ ਵੀ ਲਿੱਤਾ। ਤਾਂ ਇਹ ਮੈਂ ਨਹੀਂ ਕਹਿੰਦਾ, ਮੈਂ ਤਾਂ ਸਬਬ ਨਾਲ ਚਲੋ ਕਿ ਤੁਸੀਂ ਦੱਸਦਾ ਮੈਨੂੰ, ਤਾਂ ਸੰਵੇਦਨਸ਼ੀਲ ਨਹੀਂ ਹੈ ਪੰਜਾਬ ਦੇ ਵਾਸਤੇ ਇਹ।
ਪੰਜਾਬ ਦੀ ਜਨਤਾ ਵਾਸਤੇ ਸੰਵੇਦਨਸ਼ੀਲ ਲਈ ਹੈ। ਲੇਕਿਨ ਅੱਜ ਇਹ ਸਾਰੀਆਂ ਰਾਜਨੀਤਿਕ ਗੱਲਾਂ ਬਹੁਤ ਨਹੀਂ ਕਰਨੀਆਂ ਚਾਹੀਦੀਆਂ। ਲੇਕਿਨ ਫਿਰ ਵੀ ਮੈਂ ਸ਼ੁਭਮ ਨੂੰ ਸ਼ੁਭਕਾਮਨਾਵਾਂ ਦਿੰਦਾ ਔਰ ਪਰਿਵਾਰ ਨੂੰ ਵੀ ਸ਼ੁਭਕਾਮਨਾਵਾਂ। ਬੱਚਾ ਇੱਥੇ ਪਹੁੰਚਿਆ ਔਰ ਇਹਦੀ ਅੱਗੇ ਦੀ ਪੜ੍ਹਾਈ ਠੀਕ ਢੰਗ ਨਾਲ ਜਾਰੀ ਰਹਿ ਸਕੇ, ਉਹਦੇ ਵਾਸਤੇ ਅਸੀਂ ਬੱਚਾ ਪਰਿਵਾਰ ਲੱਗੇ ਔਰ ਭਾਰਤ ਸਰਕਾਰ ਵੀ ਉਹਦੇ ਵਾਸਤੇ ਲੱਗੀ ਹੈ। ਔਰ ਮੋਦੀ ਜੀ ਨੇ ਵੀ ਕਿਹਾ ਵੀ ਪੰਜਾਬ ਦੇ ਦੇਸ਼ ਦੇ ਅੰਦਰ MBBS ਦੀ ਸਿੱਖਿਆ ਦੇ ਵਾਸਤੇ ਕੁਛ ਨਾ ਕੁਛ ਬਹੁਤ ਜ਼ਿਆਦਾ ਕਰਨਾ ਪਊਗਾ। ਔਰ ਉਸ ਤੋਂ ਪਹਿਲਾਂ ਪਿੱਛੇ ਜੇ ਮੋਦੀ ਜੀ ਨੇ ਇੱਕ ਬਿਆਨ ਵੀ ਦਿੱਤਾ ਹੈ ਕਿ ਅਸੀਂ ਹਰ ਜ਼ਿਲ੍ਹੇ ਦੇ ਵਿੱਚ, ਹਿੰਦੁਸਤਾਨ ਦੇ ਹਰ ਜ਼ਿਲ੍ਹੇ ਦੇ ਵਿੱਚ ਇੱਕ ਮੈਡੀਕਲ ਕਾਲਜ ਖੋਲ੍ਹਾਂਗੇ ਔਰ ਇੱਕ ਨਰਸਿੰਗ ਕਾਲਜ ਖੋਲ੍ਹਾਂਗੇ। ਸੋ ਹੌਲੀ ਹੌਲੀ ਸਾਰਾ ਠੀਕ ਹੋ ਜਾਏਗਾ। ਲੇਕਿਨ ਅੱਜ ਦਾ ਦਿਲ ਜਿਹੜੀ ਹੈ ਉਹਦੇ ਸਾਡੇ ਚਾਹੇ ਮਦਰ ਸਾਡੀ ਆਰਗੇਨਾਈਜੇਸ਼ਨ ਹੈ ਰਾਸ਼ਟਰੀ ਸੇਵਕ ਸੰਘ, ਜਿਹਦੇ ਓਵਰਸੀਜ਼ ਵੀ ਲੱਗਦੀਆਂ ਸ਼ਾਖਾਵਾਂ ਹਿੰਦੂ ਸੇਵਕ ਸੰਘ ਦੇ ਨਾਂ 'ਤੇ, ਉਹ ਵੀ ਸਾਰੇ ਲੱਗੇ ਹੋਏ ਆ। ਔਰ ਪੂਰੀ ਤਰ੍ਹਾਂ ਬੱਚਿਆਂ ਨੂੰ ਅਸੀਂ ਮਾਂ ਬਾਪ ਨੂੰ ਅਸ਼ੋਰ ਕਰਦੇ ਹਾਂ ਕਿ ਮੋਦੀ ਜੀ ਦੇ ਰਹਿੰਦੇ ਤੁਹਾਨੂੰ ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ, ਬੱਚੇ ਸकुशल ਅਸੀਂ ਵਾਪਸ ਲੈ ਕੇ ਆਵਾਂਗੇ। ਧੰਨਵਾਦ। ਸੋ ਭਾਜਪਾ ਤੋਂ ਸਾਡੇ ਇੱਥੇ ਨਾਲ ਗੁਰਦੀਪ ਸਿੰਘ ਗੋਸ਼ਾ ਜੀ ਮੌਜੂਦ ਨੇ। ਗੋਸ਼ਾ ਜੀ, ਮੈਂ ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ ਇਹ ਕਰਨਾ ਚਾਹਾਂਗੀ ਕਿ ਭਾਰਤ ਦਾ ਅੱਜ ਪੰਜਾਬ ਦਾ ਬੱਚਾ ਪੰਜਾਬ ਨੂੰ ਛੱਡ ਕੇ, ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਵੱਲ ਭੱਜ ਰਿਹਾ, ਸਾਡੀਆਂ ਸਰਕਾਰਾਂ ਇੱਥੇ ਉਹਨਾਂ ਲਈ ਕੁਝ ਕਿਉਂ ਨਹੀਂ ਕਰ ਰਹੀਆਂ? ਦੇਖੋ, ਪਹਿਲਾਂ ਤਾਂ ਪ੍ਰਦੀਪ ਕੁਮਾਰ ਜੀ, ਮਾਤਾ ਸੁਮਨ ਜੀ ਤੇ ਜਿਨ੍ਹਾਂ ਦਾ ਬੱਚਾ ਅੱਜ ਵਾਪਸ ਆਇਆ, ਉਹਨਾਂ ਦੇ ਘਰ 'ਚ ਬੜੀ ਖੁਸ਼ੀ ਹੈ। ਦੂਜੀ ਗੱਲ ਹੈ ਵੀ ਕੱਲਾ ਬੱਚਾ ਜਦ ਤੱਕ ਅਸੀਂ ਘਰਾਂ 'ਚ ਪਹੁੰਚਾ ਨਹੀਂ ਦਿੰਦੇ, ਅਸੀਂ ਚੈਨ ਨਾਲ ਨਹੀਂ ਰਹਿੰਦੇ। ਅਸੀਂ ਹੈਲਪਲਾਈਨ ਦੇ ਵਿੱਚ ਆ। ਪੁਸ਼ਪਿੰਦਰ ਸਿੰਘਲ ਜੀ ਪ੍ਰਧਾਨ ਸਾਹਿਬ ਸਾਡੇ ਜਿਹੜੇ ਲੁਧਿਆਣਾ ਸ਼ਹਿਰ ਦੇ ਮੇਰੇ ਨਾਲ ਆਏ ਆ। ਸਾਡਾ ਇੱਕੋ ਇੱਕ ਏਮ ਅੱਜ ਸਵੇਰ ਤੋਂ ਅਸੀਂ ਇੱਕੋ ਕੰਮ ਲੱਗੇ ਹੋਏ ਆ ਵੀ ਕੋਈ ਰਵੇ ਨਾ, ਕਿਉਂਕਿ ਜਿਸ ਦਿਨ ਤੋਂ ਬੱਚਿਆਂ ਦੀ ਪ੍ਰੋਬਲਮ ਆਈ ਅਸੀਂ ਉਸ ਦਿਨ ਤੋਂ ਹੈਲਪਲਾਈਨ ਜਾਰੀ ਕਰਤੀ। ਇੱਕ ਪਹਿਲੀ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਹੈਲਪਲਾਈਨ ਜਾਰੀ ਕਰਨ ਵਾਲੀ ਭਾਰਤੀ ਜਨਤਾ ਪਾਰਟੀ ਹੈ। ਹੁਣ ਗੱਲ ਰਹਿ ਗਈ ਹੈ, ਇਹ ਅਗਲੇ ਸਵਾਲ ਹੈ ਵੀ ਬੱਚਾ ਇੱਥੇ ਕੋਈ ਜਾਂਦਾ, ਹੁਣ ਬਾਹਰਲੋਂ ਕੀਵੀ ਤੋਂ ਜਾਂ ਕਿਸੇ ਦੂਜੇ ਦੇਸ਼ਾਂ ਤੋਂ ਪੜ੍ਹਨ ਇੱਥੇ ਆਉਂਦੇ ਬੱਚੇ, ਇਹ ਇਸ਼ੂ ਅੱਜ ਨਹੀਂ ਹੈਗਾ। ਅੱਜ ਦਾ ਇਸ਼ੂ ਹੈ ਵੀ ਆਪਣੇ ਬੱਚਿਆਂ ਨੂੰ ਬਚਾਉਣਾ ਕਿੱਦਾਂ। ਤੇ ਅਸੀਂ ਤਾਂ ਬਾਰ-ਬਾਰ ਕਹਿ ਰਹੇ ਮੋਦੀ ਜੀ ਹੈ ਤਾਂ ਮੁਮਕਿਨ ਹੈ, ਬਾਰ-ਬਾਰ ਕਹਿੰਦੇ ਨੇ, ਕਿਉਂ ਕਹਿੰਦੇ ਗੱਲ, ਉਹਦੇ ਕਰਕੇ ਦਿਖਾਇਆ। 4 ਮੰਤਰੀ ਸਾਹਿਬਾਨ ਉੱਥੇ ਬੈਠੇ ਹੋਏ ਆ, ਨਾਲ ਦੇ ਬਾਰਡਰਾਂ 'ਤੇ ਬੈਠੇ ਹੋਏ ਆ। ਕੁਛ ਬੱਚੇ ਕੀਵ 'ਚੋਂ ਕੱਢ ਲਿਆ। ਖਾਰਕੀਵ ਜਿਹੜਾ ਬਿਲਕੁਲ ਰਸ਼ੀਆ ਦੇ ਨਾਲ ਬਾਰਡਰ ਹੈ, 15-20 ਕਿਲੋਮੀਟਰ ਦੇ ਬਾਰਡਰ ਹੈ, ਉੱਥੋਂ ਥੋੜ੍ਹੀ ਪ੍ਰੋਬਲਮ ਆ ਰਹੀ ਹੈ। ਅਸੀਂ ਮੇਰੇ ਹਿਸਾਬ ਨਾਲ ਅੱਜ ਜਾਂ ਕੱਲ੍ਹ ਦੇ ਵਿੱਚ ਉਹ ਵੀ ਬੱਚੇ ਅਸੀਂ ਕੱਢ ਲੈਣੇ। ਸਾਡਾ ਚੈਨ ਨਹੀਂ ਹੈਗਾ, ਸਾਨੂੰ ਉਦੋਂ ਤੱਕ ਅਸੀਂ ਖਾਣਾ ਪੀਣਾ ਵੀ ਸਾਡੇ ਹਜਮ ਨਹੀਂ ਹੋਊਗਾ ਜਦ ਤੱਕ ਅਸੀਂ ਬੱਚਾ ਘਰ ਆਪਣਾ ਲੈ ਨਹੀਂ ਆਉਂਦੇ। ਜਿਹੜਾ ਬੱਚਾ ਚਲਾ ਗਿਆ, ਇੱਕ ਬੱਚਾ ਗਿਆ ਵੀ ਹੈ ਉਸ ਬਰਮਬਾਰੀ ਦੇ ਵਿੱਚ, ਸਾਨੂੰ ਦੁੱਖ ਹੈ। ਅਸੀਂ ਇਹ ਸੋਚਦੇ ਹਾਂ ਵੀ ਸਾਡਾ ਆਪਣਾ ਬੱਚਾ, ਅਸੀਂ ਦੂਜਿਆਂ ਦਾ ਬੱਚਾ ਨਹੀਂ ਸਮਝਦੇ। ਸਬਕਾ ਸਾਥ ਸਬਕਾ ਵਿਕਾਸ ਦੀ ਗੱਲ ਇਹੀ ਹੈ। ਦੇਖੋ, ਅੱਜ ਮੈਂ ਫਿਰ ਕਹਿ ਦਿੰਦਾ, ਅੱਜ ਲੀਡਰੀ ਵਾਲੀ ਗੱਲ ਨਹੀਂ, ਪਰ ਸਾਡਾ ਕੰਮ ਹੈ ਅੱਜ ਦੇਸ਼ ਦੇ ਨਾਲ ਚੱਲਣਾ। ਤਿਰੰਗੇ ਦੀ ਤਾਕਤ ਪ੍ਰਧਾਨ ਜੀ ਨੇ ਦੱਸਿਆ ਨਾ, ਹੁਣੇ ਸਿੰਗਲ ਸਾਹਿਬ ਨੇ, ਤਿਰੰਗੇ ਦੀ ਤਾਕਤ। ਜਿਹੜੇ ਕਹਿੰਦੇ ਤਿਰੰਗਾ ਕੀ, ਤਿਰੰਗੇ ਦੀ ਤਾਕਤ ਅੱਜ ਦੇਗੀ। ਇਕੱਲਾ ਪਾਕਿਸਤਾਨੀ, ਇਟਲੀ ਵਾਲੇ ਵੀ, ਈਰਾਨ ਵਾਲੇ ਵੀ, ਉਹ ਵੀ ਆਪਣੇ ਬੱਚਿਆਂ ਨੂੰ ਕੱਢ ਰਹੇ, ਤਿਰੰਗੇ ਦੇ ਹੇਠ ਕੱਢ ਰਹੇ। ਤਿਰੰਗੇ ਦੀ ਇਹ ਪਾਵਰ ਹੈ। ਤਾਂ ਹੀ ਅਸੀਂ ਕਹਿੰਦੇ ਅੱਜ ਵਰਲਡ ਪਾਵਰ ਦੇ ਵਿੱਚ ਜੇ ਤਬਦੀਲ ਹੋ ਰਿਹਾ, ਉਹਨਾਂ ਦਾ ਕਾਰਨ ਹੈ ਵਿਜ਼ਨ। ਮੋਦੀ ਸਾਹਿਬ ਦਾ ਵਿਜ਼ਨ ਹੈ। ਅੱਜ ਵਿਜ਼ਨ ਚੱਲ ਰਿਹਾ। ਅੱਜ ਜਿਹੜਾ ਬੱਚਾ ਸ਼ੁਭਮ ਅੱਜ ਵਾਪਸ ਆਇਆ, ਫਿਰ ਅਸੀਂ ਕਹਿੰਦੇ ਨੇ ਜਦ ਤੱਕ ਕੱਲਾ ਬੱਚਾ ਘਰ ਨਹੀਂ ਲੈਂਦੇ, ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਪੈਂਦੇ। ਇੱਕ ਆਖਰੀ ਸਵਾਲ ਮੈਂ ਕਰਨਾ ਚਾਹਾਂਗੀ, ਜਿਵੇਂ ਕਿ ਕਈ ਸਟੂਡੈਂਟਸ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਟਿਕਟਸ ਨੇ ਜਿਹੜੀਆਂ ਮਹਿੰਗੀਆਂ ਕਰ ਦਿੱਤੀਆਂ, ਜਦੋਂ ਔਖੇ ਵੇਲੇ 'ਚ ਉਹਨਾਂ ਨੂੰ ਜ਼ਰੂਰਤ। ਤੁਸੀਂ ਸ਼ੁਭਮ ਨੂੰ ਪੁੱਛੋ ਨਾ ਕਿ ਟਿਕਟ 'ਚ ਆਇਆ ਕਿ ਕਿੱਦਾਂ ਆਇਆ, 에ਅਰਕ੍ਰਾਫਟ 'ਚ ਲਿਆਂਦਾ। ਇਹ ਗੱਲਾਂ ਪਤਾ ਕੀ ਗੱਲ ਹੈ, ਆਟੇ 'ਚ ਜਿੱਦਾਂ ਨਮਕ ਪੈ ਜਾਂਦਾ ਨਾ, ਕੋਈ ਚੀਜ਼ ਨੈਗੇਟਿਵ ਚੀਜ਼ ਬੜੀ ਜਲਦੀ ਫੈਲਦੀ ਹੈ, ਪੋਜ਼ੀਟਿਵ ਚੀਜ਼ ਘੱਟ ਫੈਲਦੀ ਹੈ। ਜਦ ਆਪ ਮੰਤਰੀ ਲੱਗੇ 에ਅਰਕ੍ਰਾਫਟ 'ਚ, ਤੁਹਾਡੇ ਕੋਲ ਸਬੂਤ ਬੈਠਾ। ਹੁਣ ਉਹ ਜਿਹੜੇ ਵਿਰੋਧੀ ਦਲ ਵਾਲੇ, ਉਹਨਾਂ ਦਾ ਕੰਮ ਹੀ ਇਹੀ ਆ ਵੀ ਪੁਰਾਣੀਆਂ ਵੀਡੀਓ ਕੱਢ ਜਾਂ ਦੂਜੀਆਂ ਵੀਡੀਓ ਸਪੈਸ਼ਲ ਬਣਾ ਕੇ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਬੱਚਿਆਂ ਦੇ ਉੱਤੇ ਰਾਜਨੀਤੀ ਨਾ ਕਰੋ। ਬੱਚੇ ਅਸੀਂ ਲੈ ਕੇ ਆ ਰਹੇ ਹਾਂ, ਇੱਕ ਬੱਚਾ ਜਦ ਤੱਕ ਨਹੀਂ ਆਉਂਦਾ ਤਦ ਤੱਕ ਫਿਰ ਕਹਿ ਦੇਣਾ, ਤਦ ਤੱਕ ਅਸੀਂ ਚੈਨ ਨਹੀਂ ਲੈਂਦੇ। ਸੋ ਅੱਜ ਦੀ ਖਾਸ ਰਿਪੋਰਟ ਦੇ ਵਿੱਚ ਬਸ ਇੰਨਾ ਕਿ ਕੈਮਰਾ ਪਰਸਨ ਵਿਪਨ ਜੀ ਦੇ ਨਾਲ ਆਰਜ਼ੂ ਸ਼ੇਖ, ਲੁਧਿਆਣਾ ਲਾਈਵ।